हाँ जी दोस्तों, सत श्री अकाल जी डॉक्टर साहब। सत श्री अकाल जी, सत श्री अकाल। पंजाब ਸਾਹਿਤ ਅਕਾਦਮੀ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕੱਲ ਅਧਿਆਪਕ ਦਿਵਸ ਹੈ ਤੇ ਆਪਾਂ ਅੱਜ ਅਧਿਆਪਕ ਦਿਵਸ ਦੀ ਪੂਰਵ ਸੰਧਿਆ ਤੇ ਅਧਿਆਪਕ ਦਿਵਸ ਦੇ ਪ੍ਰਸੰਗ ਦੇ ਵਿੱਚ ਅਧਿਆਪਕਾਂ ਦਾ ਕਵੀ ਦਰਬਾਰ ਕਰ ਰਹੇ ਹਾਂ। ਸੋ ਇਸ ਕਵੀ ਦਰਬਾਰ ਦੇ ਵਿੱਚ ਸ਼ਾਮਲ ਸਾਰੀਆਂ ਮੁਅੱਜ਼ਜ਼ ਹਸਤੀਆਂ ਦਾ ਬਹੁਤ-ਬਹੁਤ ਸਤਿਕਾਰ। ਪੰਜਾਬ ਸਾਹਿਤ ਅਕਾਦਮੀ ਨੇ ਪਿਛਲੇ ਲੰਬੇ ਸਮੇਂ ਤੋਂ ਸਾਹਿਤਕ ਤੇ ਸੱਭਿਆਚਾਰਕ ਸਰਗਰਮੀਆਂ ਸ਼ੁਰੂ ਕੀਤੀਆਂ ਹੋਈਆਂ ਨੇ। ਪਿਛਲੀ ਪਾਰੀ ਦੇ ਵਿੱਚ ਤੇ ਇਸ ਪਾਰੀ ਦੇ ਵਿੱਚ ਅਸੀਂ ਲਗਾਤਾਰ ਬਹੁਤ ਸਾਰੇ ਪ੍ਰੋਗਰਾਮ ਕੀਤੇ ਨੇ, ਚਾਹੇ ਉਹ ਪੰਜਾਬ ਹੋਵੇ, ਚਾਹੇ ਪੰਜਾਬ ਤੋਂ ਬਾਹਰ ਹੋਵੇ, ਚਾਹੇ ਉਹ ਚੰਡੀਗੜ੍ਹ ਦਾ ਇਲਾਕਾ ਹੋਵੇ ਤੇ ਚਾਹੇ ਬਿਲਕੁਲ ਦੂਰ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਇਲਾਕੇ ਹੋਣ। ਅਸੀਂ ਸਾਹਿਤ ਦੀ ਹਰ ਵਿਧਾ ਨੂੰ ਲੈ ਕੇ ਬਹੁਤ ਸਾਰੇ ਪ੍ਰੋਗਰਾਮ ਕੀਤੇ ਨੇ। ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਬਹੁਤ ਪ੍ਰੋਗਰਾਮ ਕੀਤੇ ਨੇ। ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਬਹੁਤ ਸਾਰੇ ਪ੍ਰੋਗਰਾਮ ਕੀਤੇ ਨੇ ਤੇ ਵੱਖ-ਵੱਖ ਜਿਹੜੇ ਵਿਸ਼ੇ ਨੇ, ਜਿਹੜੇ ਸਮੇਂ-ਸਮੇਂ ਦੇ ਨਾਲ ਆਉਂਦੇ ਨੇ, ਉਹਨਾਂ ਨਾਲ ਜੋੜ ਕੇ ਬਹੁਤ ਸਾਰੇ ਪ੍ਰੋਗਰਾਮ ਕੀਤੇ ਨੇ ਤੇ ਇਸੇ ਲੜੀ ਦੇ ਵਿੱਚ ਅੱਜ ਅਸੀਂ ਅਧਿਆਪਕ ਕਵੀ ਦਰਬਾਰ ਦੇ ਵਿੱਚ ਸ਼ਾਮਲ ਹੋ ਰਹੇ ਹਾਂ। ਅਧਿਆਪਕ ਹੋਣਾ ਆਪਣੇ ਆਪ ਦੇ ਵਿੱਚ ਬਹੁਤ ਗੌਰਵ ਵਾਲੀ ਗੱਲ ਹੈ। ਅਧਿਆਪਕ ਮਾਲੀ ਹੁੰਦਾ ਹੈ, ਅਧਿਆਪਕ ਕਲਾਕਾਰ ਹੁੰਦਾ ਹੈ, ਅਧਿਆਪਕ ਚਿੰਤਕ ਹੁੰਦਾ ਹੈ, ਅਧਿਆਪਕ ਫਿਲਾਸਫਰ ਹੁੰਦਾ ਹੈ, ਅਧਿਆਪਕ ਗਾਈਡ ਹੁੰਦਾ ਹੈ, ਅਧਿਆਪਕ ਮਾਂ-ਬਾਪ ਹੁੰਦਾ ਹੈ। ਅਧਿਆਪਕ ਦੇ ਵਿੱਚ ਬਹੁਤ ਸਾਰੇ ਰੋਲ ਹੁੰਦੇ ਨੇ ਤੇ ਅਧਿਆਪਕ ਉਹ ਸਾਰੀਆਂ ਭੂਮਿਕਾਵਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਿਭਾਉਂਦਾ ਹੈ। ਤੇ ਅੱਜ ਅਸੀਂ ਉਸ ਅਧਿਆਪਕ ਨੂੰ ਸੈਲੂਟ ਕਰਦੇ ਹੋਏ ਅਧਿਆਪਕ ਦਿਵਸ ਦੇ ਮੌਕੇ ਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰ ਰਹੇ ਹਾਂ। ਮੈਡਮ ਸਰਬਜੀਤ ਕੌਰ ਸੋਲ ਸਾਡੇ ਪ੍ਰਧਾਨ ਨੇ ਤੇ ਡਾਕਟਰ ਸਤੀਸ਼ ਕੁਮਾਰ ਵਰਮਾ ਸਾਡੇ ਸਕੱਤਰ ਨੇ। ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਇਸ ਤਰ੍ਹਾਂ ਦੀਆਂ ਸਰਗਰਮੀਆਂ ਲਗਾਤਾਰ ਕਰ ਰਹੇ ਹਾਂ। ਸੋ ਮੈਂ ਇੱਕ ਵਾਰੀ ਫਿਰ ਆਪਣੇ ਵੱਲੋਂ ਤੁਹਾਨੂੰ ਜੀ ਆਇਆਂ ਕਹਿਣਾ ਤੇ ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਹੈ ਜਿਹੜਾ ਉਹ ਮੈਡਮ ਸਤਿੰਦਰ ਕੌਰ ਕਾਲੋਂ ਕਰਨਗੇ। ਮੈਡਮ ਸਤਿੰਦਰ ਕੌਰ ਕਾਲੋਂ ਜਿੱਥੇ ਆਪ ਬਹੁਤ ਖੂਬਸੂਰਤ ਕਵਿਤਾ ਲਿਖਦੇ ਨੇ, ਉੱਥੇ ਨਾਲ-ਨਾਲ ਸਾਹਿਤ ਦੇ ਬਹੁਤ ਅੱਛੇ ਮੈਨੇਜਰ ਵੀ ਨੇ। ਲਗਾਤਾਰ ਬਹੁਤ ਸਾਰੇ ਪ੍ਰੋਗਰਾਮ ਆਰਗੇਨਾਈਜ਼ ਕਰਦੇ ਨੇ, ਉਹਨਾਂ ਪ੍ਰੋਗਰਾਮਾਂ ਨੂੰ ਹੋਸਟ ਕਰਦੇ ਨੇ, ਉਹਨਾਂ ਦਾ ਮੰਚ ਸੰਚਾਲਨ ਕਰਦੇ ਨੇ, ਉਹਨਾਂ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਵੱਡੀ ਭੂਮਿਕਾ ਨਿਭਾ ਰਹੇ ਨੇ। ਸੋ ਅਸੀਂ ਮੈਡਮ ਸਤਿੰਦਰ ਕੌਰ ਕਾਲੋਂ ਦਾ ਵੀ ਸਵਾਗਤ ਕਰਦੇ ਹਾਂ ਤੇ ਮੈਂ ਉਹਨਾਂ ਨੂੰ ਮੰਚ ਦੇਣ ਤੋਂ ਪਹਿਲਾਂ ਡਾਕਟਰ ਸਰਬਜੀਤ ਕੌਰ ਸੋਲ ਹੋਰਾਂ ਨੂੰ ਬੇਨਤੀ ਕਰੂੰਗਾ ਕਿ ਉਹ ਇੱਕ ਵਾਰੀ ਆਪਣੇ ਵੱਲੋਂ ਬਤੌਰ ਪ੍ਰਧਾਨ ਸਾਡੇ ਸਾਰੇ ਮਹਿਮਾਨਾਂ ਦਾ, ਸਾਰੇ ਸ਼ਹਿਰਾਂ ਦਾ ਸਵਾਗਤ ਕਰਨਗੇ ਤੇ ਉਸ ਤੋਂ ਬਾਅਦ ਅਸੀਂ ਸਤਿੰਦਰ ਕੌਰ ਕਾਲੋਂ ਹੋਰਾਂ ਨੂੰ ਬੇਨਤੀ ਕਰਾਂਗੇ ਕਿ ਉਹ ਸ਼ਾਇਰੀ ਦੀ ਇਸ ਸਭਾ ਦਾ ਸੰਚਾਲਨ ਕਰਨਗੇ। ਡਾਕਟਰ ਸਰਬਜੀਤ ਕੌਰ ਸੋਲ ਜੀ। बहुत शुक्रिया डॉक्टर कुलदीप दीप जी। अध्यापक दिवस ਦੀ ਪੂਰਵ ਸੰਧਿਆ ਤੇ ਪੰਜਾਬ ਸਾਹਿਤ ਅਕਾਦਮੀ ਵੱਲੋਂ ਸਾਡੇ ਅਧਿਆਪਕ ਜਿਹੜੇ ਕਿ ਸਮਾਜ ਦੇ ਰਚੇਤਾ ਨੇ ਤੇ ਇਹਦੇ ਨਾਲ ਜੇਕਰ ਉਹ ਸਾਹਿਤ ਦੇ ਰਚੇਤਾ ਹੋਣ ਤਾਂ ਸੋਨੇ ਤੇ ਸੁਹਾਗਾ ਹੋ ਜਾਂਦਾ ਹੈ। ਸੋ ਇਹਨਾਂ ਸਾਰੇ ਅਧਿਆਪਕਾਂ ਨੂੰ ਮੈਂ ਨਮਨ ਕਰਦੀ ਹਾਂ ਤੇ ਮੈਨੂੰ ਆਪ ਨੂੰ ਵੀ ਇੱਕ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਇੱਕ ਅਧਿਆਪਕ ਹਾਂ ਤੇ ਮੂਲ ਰੂਪ ਦੇ ਵਿੱਚ ਮੈਨੂੰ ਜਿਹੜਾ ਅਧਿਆਪਨ ਦਾ ਕਿੱਤਾ ਹੈ ਉਹ ਇੱਕ ਪੂਜਾ ਦੇ ਵਾਂਗ ਲੱਗਦਾ ਹੈ। ਮੈਂ ਇਹ ਸੋਚਦੀ ਹੁੰਦੀ ਹਾਂ ਕਿ ਜਿਹੜਾ ਸਕੂਲ ਹੈ ਜਾਂ ਕਾਲਜ ਹੈ ਜਾਂ ਯੂਨੀਵਰਸਿਟੀ ਹੈ ਉਹ ਇੱਕ ਮੰਦਿਰ ਗੁਰਦੁਆਰੇ ਦੇ ਨਿਆਈ ਹੈ ਤੇ ਅਧਿਆਪਕ ਜਿਹੜਾ ਆ ਉਹ ਆਪਣੇ ਵਿਦਿਆਰਥੀਆਂ ਦੀ ਸ਼ਖਸੀਅਤ ਉਸਾਰੀ ਕਰਦਾ ਹੈ, ਆਲਰਾਊਂਡ ਪਰਸਨੈਲਿਟੀ ਡਿਵੈਲਪ ਕਰਦਾ ਤੇ ਇਸ ਤਰ੍ਹਾਂ ਉਹ ਉਹਨਾਂ ਬੱਚਿਆਂ ਦੀ ਸ਼ਖਸੀਅਤ ਉਸਾਰੀ ਰਾਹੀਂ ਰੱਬ ਦੀ ਪੂਜਾ ਕਰਦਾ ਹੈ। ਸੋ ਮੇਰੇ ਲਈ ਇਹ ਬੜਾ ਮੁਕੱਦਸ ਜਿਹੜਾ, ਮੈਂ ਤਾਂ ਇਹਨੂੰ ਕਦੀ ਪ੍ਰੋਫੈਸ਼ਨ ਮੰਨਿਆ ਹੀ ਨਹੀਂ, ਮੇਰੇ ਲਈ ਇਹ ਬੜਾ ਮੁਕੱਦਸ ਕੰਮ ਹੈ ਜਿਹੜਾ ਮੈਨੂੰ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਮਿਲਿਆ ਹੈ ਔਰ ਤੁਹਾਨੂੰ ਸਾਰਿਆਂ ਨੂੰ ਮਿਲਿਆ ਹੈ। ਸੋ ਤੁਸੀਂ ਸਾਰੇ ਹੀ ਪੂਜਣਯੋਗ ਹੋ, ਤੁਸੀਂ ਰੱਬ ਦੇ ਮੈਸੇਂਜਰ ਹੋ, ਪਾਰਸ ਹੋ। ਤੁਹਾਨੂੰ ਛੋਹ ਕੇ ਤੁਹਾਡੀ ਸਾਹਿਤਕ ਲੈ ਦੇ ਨਾਲ ਤੁਹਾਡੀ ਜਿਹੜੀ ਇਹ ਗਤੀਸ਼ੀਲਤਾ ਹੈ, ਸਹਿਨਸ਼ੀਲਤਾ, ਸੰਵੇਦਨਸ਼ੀਲਤਾ, ਇਸ ਦੇ ਨਾਲ ਜਿਹੜੇ ਵਿਦਿਆਰਥੀ ਨੇ ਉਹ ਪਾਰਸ ਬਣ ਜਾਂਦੇ ਨੇ। ਸੋ ਤੁਸੀਂ ਉਹ ਲੋਹੇ ਨੂੰ ਪਾਰਸ ਬਣਾਉਣ ਵਾਲੇ ਅਧਿਆਪਕ ਸਾਹਿਬਾਨ, ਤੁਹਾਡਾ ਹਰ ਪਲ ਹਰ ਛਿਣ ਬੱਚਿਆਂ ਦੀ ਭਲਾਈ ਲਈ, ਸਮਾਜ ਦੀ ਬਿਹਤਰੀ ਲਈ ਉਪਰਾਲਾ ਹੁੰਦਾ ਹੈ ਔਰ ਇਹਦੇ ਲਈ ਮੈਂ ਕੋਈ ਅਤਕਥਨੀ ਨਹੀਂ ਹੈ ਜੇ ਮੈਂ ਕਹਾਂ ਕਿ
ਮੇਰੇ ਸਾਹਮਣੇ ਡਾਕਟਰ ਕੁਲਦੀਪ ਦੀਪ ਆ, ਮੈਡਮ ਸਤਿੰਦਰ ਆ, ਮੈਡਮ ਬਲਦੀਪ ਨੇ, ਜਾਂ ਹੋਰ ਸਾਰੇ ਜਿਹੜੇ ਅਧਿਆਪਕ ਨੇ, ਸਤਪਾਲ ਭੀਖੀ ਜੀ, ਪ੍ਰੋਫੈਸਰ ਬਲਜੀਤ ਰਿਆੜ, ਕਰਮਜੀਤ ਕਿਸ਼ਾਵਲ, ਹਰਪਾਲ ਸੰਧਾਵਾਲੀਆ ਜੀ, ਕੁਲਵਿੰਦਰ ਬਚੋਆਣਾ, ਬਲਦੀਪ ਸੰਧੂ, ਅੰਜੂ ਵੀ ਰੱਤੀ, ਸਿਮਰਤ ਸੁਮੈਰਾ, ਰਣਜੀਤ ਕੌਰ, ਕਰਮਜੀਤ ਗਰੇਵਾਲ, ਸਤਿੰਦਰ ਕਾਲੋਂ ਤੇ ਪਿਆਰੇ ਨਿੱਕੇ ਵੀਰ ਕੁਲਦੀਪ ਦੀਪ। ਸੋ ਤੁਸੀਂ ਸਾਰੇ ਹੀ ਬਹੁਤ ਮਾਇਨਾਜ਼ ਹਸਤੀਆਂ ਹੋ ਔਰ ਪੂਜਣਯੋਗ ਹੋ, ਕਿਉਂਕਿ ਤੁਸੀਂ ਸਾਹਿਤ ਦੇ ਵੀ ਰਚੇਤਾ ਹੋ ਔਰ ਸਮਾਜ ਦੇ ਵੀ ਸਿਰਜਣਹਾਰ ਹੋ। ਸੋ ਪੰਜਾਬ ਸਾਹਿਤ ਅਕਾਦਮੀ ਦੇ ਇਸ ਮੰਚ ਤੇ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ। ਜਦੋਂ ਸਤਿੰਦਰ ਜੀ ਨੇ ਮੈਨੂੰ ਕਿਹਾ ਕਿ ਅਸੀਂ ਇਹ ਪ੍ਰੋਗਰਾਮ ਜਿਹੜਾ ਆ ਕਰਨਾ ਚਾਹੁੰਦੇ ਹਾਂ ਅਧਿਆਪਕਾਂ ਦਾ, ਤੇ ਮੈਨੂੰ ਇੰਨੀ ਖੁਸ਼ੀ ਹੋਈ ਤੇ ਮੈਂ ਕਿਹਾ ਜੀ ਨੇਕੀ ਔਰ ਪੁੱਛ ਕਿ ਤੁਸੀਂ ਵੀ ਔਰ ਜਿੰਨੇ ਵੀ ਅਸੀਂ ਸਾਰੇ ਤੁਸੀਂ, ਮੈਂ ਕਦੇ ਇਹ ਨਹੀਂ ਸੋਚਿਆ ਕਿ ਮੈਂ ਕੋਈ ਅਜੇ ਡਾਕਟਰ ਕੁਲਦੀਪ ਦੀਪ ਮੈਨੂੰ ਕਹਿ ਦਿੰਦੇ ਨੇ ਕਿ ਪ੍ਰਧਾਨ, ਮੈਨੂੰ ਏਦਾਂ ਦਾ ਕਦੇ ਨਹੀਂ ਮਹਿਸੂਸ ਹੁੰਦਾ। ਮੈਨੂੰ ਲੱਗਦਾ ਹੁੰਦਾ ਕਿ ਅਸੀਂ ਸਾਰੇ ਇੱਕ ਫੈਮਿਲੀ ਆ ਤੇ ਫੈਮਿਲੀ ਜਿਹੜੀ ਆ ਉਹ ਚੰਗੇ ਕੰਮ ਕਰਨ ਦੇ ਲਈ ਅਸੀਂ ਇਕੱਠੇ ਜੁੜਦੇ ਆ। ਸੋ ਜਿਵੇਂ ਸਤਿੰਦਰ ਕਾਲੋਂ ਜੀ ਸਾਡੇ ਐਸੋਸੀਏਟ ਮੈਂਬਰ ਨੇ ਅਕਾਦਮੀ ਦੇ, ਤੇ ਬਲਦੀਪ ਸੰਧੂ ਵੀ ਨੇ, ਤਾਂ ਤੁਸੀਂ ਸਾਰੇ ਹੀ ਜੇਕਰ ਕੋਈ ਪ੍ਰੋਗਰਾਮ ਅਕਾਦਮੀ ਦੇ ਮੰਚ ਤੋਂ ਕਰਨਾ ਚਾਹੋਗੇ ਤਾਂ ਤੁਸੀਂ ਸਾਰਿਆਂ ਦਾ ਤੁਹਾਡਾ ਸਵਾਗਤ ਹੈ। ਸਤਪਾਲ ਭਿੱਖੀ ਸਾਡੀ ਕਾਰਜਕਾਰਨੀ ਦੇ ਮੈਂਬਰ ਨੇ ਔਰ ਪਿਛਲੇ 4 ਸਾਲ ਇਹਨਾਂ ਨੇ ਬਹੁਤ ਕੰਮ ਕੀਤਾ ਔਰ ਜਿਹੜਾ ਸਾਡਾ ਵਿਦਿਆਰਥੀਆਂ ਵਾਲਾ, ਬੱਚਿਆਂ ਵਾਲਾ, ਬਾਲ ਸਾਹਿਤ ਨਾਲ ਸੰਬੰਧਿਤ ਬਹੁਤ ਸਾਰੇ ਉਪਰਾਲੇ ਜਿਹੜੇ ਨੇ ਉਹ ਇਹਨਾਂ ਨੇ ਕੀਤੇ ਨੇ ਤੇ ਹੁਣ ਵੀ ਇਹ ਕਰਨਗੇ। ਅਕਾਦਮੀ ਦੀ ਇਹ ਕਹਿ ਲਓ, ਮੈਂ ਕਹਿੰਦੀ ਹੁੰਦੀ ਕਿ ਗੁੱਡ ਲੱਕ ਹੈ ਕਿ ਇਹਦੇ ਚ ਸਾਰੇ ਹੀ ਨਿਰਸਵਾਰਥ ਕੰਮ ਕਰਨ ਵਾਲੇ ਜਿਹੜੇ ਨੇ ਯੋਧੇ ਨੇ। ਡਾਕਟਰ ਦੀਪ ਮੇਰਾ ਖਿਆਲ ਸਕੂਲ ਦਾ ਤਾਂ ਕੰਮ ਕਰਦੇ ਹੀ ਨੇ, ਨਾਲ ਸਾਹਿਤ ਲਿਖਣਾ ਔਰ ਕਿਸਾਨੀ ਸੰਘਰਸ਼ ਦੇ ਲਈ ਜਾਣਾ ਔਰ ਉਹਦੇ ਬਾਰੇ ਸਾਹਿਤ ਰਚਨਾ ਔਰ ਮਤਲਬ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨੇ। ਮੈਨੂੰ ਮਾਣ ਹੈ ਇਹਨਾਂ ਤੇ। ਇਸੇ ਤਰ੍ਹਾਂ ਸਤਪਾਲ ਭੀਖੀ ਔਰ ਸਤਿੰਦਰ ਕਾਲੋਂ, ਤੁਸੀਂ ਸਾਰੇ ਹੀ, ਤੁਹਾਡੇ ਸਾਰਿਆਂ ਦਾ ਮੈਨੂੰ ਬਹੁਤ ਮਾਣ ਆ ਤੇ ਮੈਂ ਆਸ ਕਰਦੀ ਹਾਂ ਕਿ ਤੁਸੀਂ ਜਿੱਥੇ ਵੀ ਜਿੰਨਾ ਵੀ ਯੋਗਦਾਨ ਪਾਉਣਾ ਚਾਹੋ, ਮੇਰੇ ਵੱਲੋਂ ਕਦੇ ਵੀ ਕੋਈ ਨਾ ਨਹੀਂ ਹੋਏਗੀ। ਤੁਸੀਂ ਕੋਈ ਪ੍ਰੋਗਰਾਮ ਉਲੀਕੋ, ਅਕਾਦਮੀ ਆਪਣੀ ਸਮਰੱਥਾ ਅਨੁਸਾਰ ਤੁਹਾਨੂੰ ਯੋਗਦਾਨ ਦੇਗੀ। ਸੋ ਮੇਰੇ ਵੱਲੋਂ ਇੱਕ ਵਾਰੀ ਫੇਰ ਤੁਹਾਨੂੰ ਅਕਾਦਮੀ ਦੇ ਇਸ ਮੰਚ ਤੋਂ ਜੀ ਆਇਆਂ। ਮੈਂ ਇੱਥੇ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਨ ਦੀ ਖੁਸ਼ੀ ਲੈ ਰਹੀ ਹਾਂ ਕਿ ਅਸੀਂ ਗੁਰੂ ਨਾਨਕ ਸਾਹਿਬ ਦਾ 550 ਸਾਲਾ ਮਨਾਇਆ। ਹੁਣ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਜਿਹੜਾ ਉਹ ਚੱਲ ਰਿਹਾ ਹੈ ਤੇ ਉਹਦੇ ਬਾਰੇ ਚ ਬਹੁਤ ਸਾਰੇ ਪ੍ਰੋਗਰਾਮ ਹੋ ਰਹੇ ਨੇ। ਔਰ ਇਸ ਵੇਲੇ ਜਿਵੇਂ ਮੈਂ ਦੱਸਿਆ ਕਿ ਇਹ ਗੁੱਡ ਲੱਕ ਆ ਅਕਾਦਮੀ ਦੀ ਕਿ ਇਹਦੇ ਚ ਜਿਵੇਂ ਇੱਕ ਪ੍ਰੋਗਰਾਮ ਸਾਡਾ ਬੰਧਨਵਾਰ ਆ, ਉਹ ਡਾਕਟਰ ਕੁਲਦੀਪ ਦੀਪ ਦੀ ਪੱਕੀ ਜ਼ਿੰਮੇਵਾਰੀ ਆ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਸੰਬੰਧੀ ਇੱਕ ਲੈਕਚਰ ਆ, ਉਹ ਲੈਕਚਰ ਜਿਹੜਾ ਡਾਕਟਰ ਅਮਰਜੀਤ ਉਹ ਕਰਦੇ ਨੇ ਉਹਦਾ ਆਯੋਜਨ। ਇਸੇ ਤਰ੍ਹਾਂ ਸਾਡੇ ਨਾਲ ਅਰਵਿੰਦਰ ਢਿੱਲੋਂ ਨੇ, ਉਹਨਾਂ ਨੇ ਜਿਹੜੇ ਪ੍ਰੋਗਰਾਮ ਨੇ ਉਹ ਕਰਦੇ ਨੇ ਕਿ ਜਿਵੇਂ ਆਸਟ੍ਰੇਲੀਆ ਕਵੀਆਂ ਦਾ ਕਵੀ ਦਰਬਾਰ ਹੋ ਗਿਆ, ਜਾਂ ਵਿਦੇਸ਼ਾਂ ਦੇ ਵਿੱਚ ਜਿੰਨੇ ਰਹਿੰਦੇ ਨੇ, ਸੋ ਵਾਰੀ ਸਾਰੇ ਕੰਟਰੀਜ਼ ਨੂੰ ਕਵਰ ਕਰਦੇ ਹੋਏ ਜਿਹੜੇ ਪ੍ਰੋਗਰਾਮ ਉਹ ਕੀਤੇ ਜਾਣਗੇ। ਸੋ ਆਨਲਾਈਨ ਆਫਲਾਈਨ ਪ੍ਰੋਗਰਾਮ ਹੁੰਦੇ ਨੇ। ਦੇਸਰਾਜ ਕਾਲੀ ਜੀ ਉਹ ਵੀ ਇੱਕ ਪ੍ਰੋਗਰਾਮ ਕਰਦੇ ਨੇ ਕਿਤਾਬਾਂ ਬਾਰੇ, ਬਹੁਤ ਸੋਹਣਾ ਪ੍ਰੋਗਰਾਮ। ਸੋ ਰੱਬ ਕਰੇ ਕਰੋਨਾ ਛੇਤੀ ਖਤਮ ਹੋ ਜਾਏ ਤੇ ਅਸੀਂ ਸਾਰੇ ਜਿਹੜੇ ਇਸ ਵੇਲੇ ਸਕਰੀਨ ਤੇ ਇੱਕ ਦੂਜੇ ਨਾਲ ਜੁੜੇ ਹੋਏ ਆ। ਭਾਵੇਂ ਇਹ ਵੀ ਮੈਨੂੰ ਲੱਗਦਾ ਹੁੰਦਾ ਇਹ ਵੀ ਸਵਾਦ ਹੀ ਆ ਕਿ ਤੁਸੀਂ ਬਸ ਥੋੜਾ ਜਿਹਾ ਸਿੱਧੇ ਜਿਹੇ ਹੋ ਕੇ ਬਹਿ ਜਾਓ ਤੇ ਇੱਕ ਦੂਜੇ ਨਾਲ ਗੱਲ ਵੀ ਕਰ ਲਓ, ਜਾਣਾ ਵੀ ਨਹੀਂ ਪਿਆ, ਪੁੰਨ ਤੇ ਫਲੀਆਂ ਦੋਵੇਂ ਹੀ ਨੇ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਆਖਦੀ ਹਾਂ ਤੇ ਕਾਮਨਾ ਕਰਦੀ ਹਾਂ ਕਿ ਤੁਹਾਡੀ ਕਲਮ ਹੋਰ ਵਧੀਆ ਸਾਹਿਤ ਲਿਖੇ, ਤੁਸੀਂ ਇਤਿਹਾਸ ਸਿਰਜੋ, ਤੁਹਾਡੀਆਂ ਪੈੜਾਂ ਜਿਹੜੀਆਂ ਨੇ ਉਹ ਇਤਿਹਾਸ ਦੇ ਵਿੱਚ ਨਜ਼ਰ ਆਉਣ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਤਿੰਦਰ ਕੌਰ ਕਾਲੋਂ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ। ਇਹਨਾਂ ਨੇ ਪ੍ਰੋਗਰਾਮ ਉਲੀਕਿਆ, ਇਹਦੀ ਰੂਪਰੇਖਾ ਬਣਾਈ, ਡਾਕਟਰ ਕੁਲਦੀਪ ਦੀਪ ਨੇ ਸਹਿਯੋਗ ਕੀਤਾ। ਸੋ ਹੁਣ ਅਸੀਂ ਤੁਹਾਡੀਆਂ ਸੋਹਣੀਆਂ ਪਿਆਰੀਆਂ ਕਵਿਤਾਵਾਂ ਸੁਣਦੇ ਹਾਂ। ਬਹੁਤ ਸ਼ੁਕਰੀਆ ਜੀ। ਬਹੁਤ ਧੰਨਵਾਦ ਜੀ। ਜਿਵੇਂ ਡਾਕਟਰ ਸਰਬਜੀਤ ਕੌਰ ਸੋਹਲ ਹੋਰਾਂ ਨੇ ਦੱਸਿਆ ਸਾਡੀ ਟੀਮ ਬਾਰੇ, ਸੱਚਮੁੱਚ ਜਦੋਂ ਕਿਸੇ ਅਦਾਰੇ ਦੇ ਵਿੱਚ ਮਿਹਨਤੀ ਬੰਦੇ ਕੰਮ ਕਰਦੇ ਨੇ ਤਾਂ ਰੁਤਬਿਆਂ ਦਾ ਮਾਣ ਵੱਧ ਜਾਂਦਾ ਹੈ ਤੇ ਅਦਾਰਿਆਂ ਦਾ ਮਾਣ ਵੱਧ ਜਾਂਦਾ ਹੈ।
ਤੇ ਸਾਡੀ ਟੀਮ ਨੇ ਪਿਛਲੇ 4 ਸਾਲਾਂ ਦੇ ਵਿੱਚ ਤੇ ਹੁਣ ਲਗਾਤਾਰ ਕੰਮ ਕੀਤਾ ਤੇ ਪੰਜਾਬ ਸਾਹਿਤ ਅਕਾਦਮੀ ਦੀ ਇੱਕ ਵੱਡੀ ਪਹਿਚਾਣ ਬਣਾਈ ਹੈ। ਪਹਿਲਾਂ ਬਹੁਤ ਥੋੜੇ ਲੋਕ ਜਾਣਦੇ ਸੀ ਇਸ ਪੰਜਾਬ ਸਾਹਿਤ ਅਕਾਦਮੀ ਦੇ ਨਾਂ ਨੂੰ, ਪਰ ਅੱਜ ਪੂਰਾ ਪੰਜਾਬ ਤੇ ਪੰਜਾਬ ਤੋਂ ਬਾਹਰਲੇ ਇਲਾਕੇ ਘੱਟੋ ਘੱਟ ਇੱਕ ਰਿਕੋਗਨਾਈਜ਼ ਕਰਦੇ ਨੇ ਇਸ ਅਦਾਰੇ ਨੂੰ। ਤੇ ਇਹ ਘੱਟੋ ਘੱਟ ਇਹ ਸਾਡੀ ਪ੍ਰਾਪਤੀ ਹੈ ਕਿ ਅਸੀਂ ਪੰਜਾਬ ਸਾਹਿਤ ਅਕਾਦਮੀ ਦੇ ਬੈਨਰ ਨੂੰ, ਇਸ ਪਲੇਟਫਾਰਮ ਨੂੰ ਉਸ ਲੈਵਲ ਤੱਕ ਲੈ ਕੇ ਜਾ ਸਕੇ ਹਾਂ। ਸੋ ਦੋਸਤੋ, ਹੁਣ ਤੁਸੀਂ ਸ਼ਾਇਰ ਹੋ ਤੇ ਤੁਹਾਡੇ ਨਾਲ ਤੁਹਾਡੇ ਹੋਸਟ ਨੇ, ਮੰਚ ਸੰਚਾਲਕ ਨੇ ਸਤਿੰਦਰ ਕੌਰ ਕਾਹਲੋਂ, ਤੇ ਅਸੀਂ ਆਪਣੀ ਦਖਲਅੰਦਾਜ਼ੀ ਨੂੰ ਇੱਥੇ ਸਮੇਟਦੇ ਹਾਂ। ਇਸ ਤੋਂ ਬਾਅਦ ਆਪਾਂ ਸ਼ਾਇਰੀ ਦੀ ਸੰਗਤ ਵਿੱਚ ਹੋਵਾਂਗੇ। ਮੈਡਮ ਸਤਿੰਦਰ ਕੌਰ ਕਾਹਲੋਂ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। बहुत बहुत शुक्रिया जी, बहुत बहुत शुक्रिया डॉक्टर सोल जी, कुलदीप जी। रोशनियां दे वारस जो अंधकार जिन्हां तो डरदे हन, रोशनियां दे वारस जो अंधकार जिन्हां तो डरदे हन, अध्यापक दिवस मुबारक उन्हां नूं जो खुद दीवा बन के बलदे हन। पंजाब साहित्य अकैडमी वालों करवाए जा रहे अध्यापक दिवस की पूर्व संध्या ते अध्यापक दिवस ਨੂੰ ਸਮਰਪਿਤ ਕਵੀ ਦਰਬਾਰ ਵਿੱਚ ਮੌਜੂਦ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਸਰਬਜੀਤ ਕੌਰ ਜੀ ਸੋਲ, ਪ੍ਰਧਾਨ ਸਾਹਿਤ ਅਕੈਡਮੀ, ਸਾਡੇ ਸਕੱਤਰ ਸਤਿਕਾਰਯੋਗ ਸਤੀਸ਼ ਵਰਮਾ ਜੀ ਤੇ ਡਾਕਟਰ ਕੁਲਦੀਪ ਸਿੰਘ ਦੀਪ, ਜਿਨ੍ਹਾਂ ਦੇ ਬਿਨਾਂ ਕੋਈ ਸਾਹਿਤ ਅਕੈਡਮੀ ਦਾ ਪ੍ਰੋਗਰਾਮ ਸੰਪੂਰਨ ਨਹੀਂ ਹੁੰਦਾ। ਤੇ ਇਸ ਪ੍ਰੋਗਰਾਮ ਵਿੱਚ ਸਿੱਖਿਆ ਤੇ ਸਾਹਿਤ ਨੂੰ ਸਮਰਪਿਤ ਅਦਬੀ ਸ਼ਖਸੀਅਤਾਂ ਨੂੰ ਮੇਰੇ ਵੱਲੋਂ, ਸਤਿੰਦਰ ਕਾਹਲੋਂ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਆਪ ਸਭ ਜੀ ਦਾ ਸਾਡੀ ਸਾਹਿਤ ਅਕੈਡਮੀ ਦੇ ਮੰਚ ਤੇ ਸਵਾਗਤ ਹੈ। ਮੈਂ ਸਭ ਤੋਂ ਪਹਿਲੇ ਡਾਕਟਰ ਸਰਬਜੀਤ ਕੌਰ ਸੋਲ ਦੀ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਅੱਜ ਸਾਨੂੰ ਆਪਣੇ ਇਸ ਮੰਚ ਤੇ ਪ੍ਰੋਗਰਾਮ ਦਾ ਮੌਕਾ ਦਿੱਤਾ। ਡਾਕਟਰ ਸੋਲ ਦੀ ਸ਼ਖਸੀਅਤ ਬਾਰੇ ਕੁਝ ਕਹਿਣਾ ਸੂਰਜ ਨੂੰ ਦੀਵਾ ਦਿਖਾਉਣ ਦੇ ਬਰਾਬਰ ਹੈ। ਇਹ ਬਹੁਪੱਖੀ ਸ਼ਖਸੀਅਤ ਨੇ, ਚਾਹੇ ਸਾਹਿਤ, ਸਿੱਖਿਆ, ਸਮਾਜ ਸੇਵਾ, ਕਿਸੇ ਖੇਤਰ ਚ ਵੇਖ ਲਓ, ਹਰ ਪਾਸੇ ਤੁਹਾਨੂੰ ਡਾਕਟਰ ਸੋਲ ਦਾ ਚਿਹਰਾ ਨਜ਼ਰ ਆਏਗਾ। ਤੇ ਅਸੀਂ ਬੜੇ ਭਾਗਾਂ ਵਾਲੇ ਹਾਂ ਕਿ ਅਸੀਂ ਅੱਜ ਇਹਨਾਂ ਦੇ ਨਾਲ ਹਾਂ। ਖੁਦ ਅਧਿਆਪਨ ਕਿੱਤੇ ਨਾਲ ਸੰਬੰਧਿਤ ਨੇ, ਇਸ ਵਕਤ ਪ੍ਰਿੰਸੀਪਲ ਨੇ ਯੂਨੀਵਰਸਿਟੀ ਕਾਲਜ ਚੁਨੀ ਕਲਾਂ ਦੇ। ਤੇ ਮੈਂ ਆਪ ਜੀ ਦੇ ਇਨਾਮਾਂ ਸਨਮਾਨਾਂ ਦੀ ਗੱਲ ਕਰਾਂ ਤਾਂ ਬਹੁਤ ਲੰਬੀ ਲਾਈਨ ਹੈ। ਵਾਹਿਗੁਰੂ ਆਪ ਜੀ ਨੂੰ ਹੋਰ ਤਰੱਕੀ ਬਖਸ਼ੇ। ਆਮ ਤੌਰ ਤੇ ਪ੍ਰੋਗਰਾਮਸ ਦੇ ਵਿੱਚ ਡਾਕਟਰ ਸਤੀਸ਼ ਵਰਮਾ ਜੀ ਕਹਿੰਦੇ ਹੁੰਦੇ, ਇੱਕ ਗਤੀਸ਼ੀਲ, ਬੜੇ ਜੋਸ਼ੀਲੇ ਇੱਕ ਸਾਹਿਤ ਦੀ ਪਹਿਰੇਦਾਰ ਹੈ ਡਾਕਟਰ ਸਰਬਜੀਤ ਕੌਰ ਸੋਲ, ਤੇ ਇਸ ਗੱਲ ਵਿੱਚ ਕੋਈ ਅਤਕਥਨੀ ਨਹੀਂ ਹੈ ਜੀ। ਹੁਣ ਮੈਂ ਆਪਣਾ ਪ੍ਰੋਗਰਾਮ ਸ਼ੁਰੂ ਕਰਦੀ ਹਾਂ ਜੀ। ਸਾਡੇ ਸਭ ਤੋਂ ਪਹਿਲੇ ਅਦਬੀ ਕਵੀ ਨੇ ਸਤਪਾਲ ਭਿੱਖੀ ਜੀ। ਸਤਪਾਲ ਜੀ। ਹਾਂਜੀ ਹਾਂਜੀ ਹਾਂਜੀ, ਸਤਪਾਲ ਭਿੱਖੀ ਜੀ ਜੋ ਪਟਿਆਲਾ ਤੋਂ ਨੇ। ਆਪ ਇੱਕ ਬਹੁਤ ਹੀ ਮਿਹਨਤੀ ਤੇ ਆਦਰਸ਼ ਅਧਿਆਪਕ ਹਨ। ਜੇ ਸਾਹਿਤ ਦੇ ਖੇਤਰ ਚ ਵੇਖਿਆ ਜਾਏ ਤੇ ਆਪ ਦੀਆਂ 7 ਕਵਿਤਾਵਾਂ ਦੀਆਂ ਕਿਤਾਬਾਂ, ਇੱਕ ਬਾਇਓਗ੍ਰਾਫੀ, 15 ਬਾਲ ਪੁਸਤਕਾਂ ਤੇ ਅਨੇਕਾਂ ਅਨੁਵਾਦਿਤ ਪੁਸਤਕਾਂ ਨੇ ਆਪ ਦੀਆਂ। ਤੇ ਆਪ ਨੂੰ ਬਹੁਤ ਸਾਰੇ ਮਾਨ ਸਨਮਾਨ ਹੁਣ ਤੱਕ ਮਿਲ ਚੁੱਕੇ ਨੇ। ਸਰਵੋਤਮ ਬਾਲ ਸਾਹਿਤ ਪੁਸਤਕ ਦਾ ਅਵਾਰਡ ਵੀ ਮਿਲਿਆ, ਸਾਹਿਤ ਅਕੈਡਮੀ ਵੱਲੋਂ ਅਵਾਰਡ ਵੀ ਮਿਲਿਆ। ਤੇ ਇੱਕ ਗੱਲ ਜਿਹੜੀ ਹੁਣੇ ਬਹੁਤ ਵਧੀਆ ਕਰ ਰਹੇ ਕਿ ਤਾਰੇ ਪਲਕ ਤੇ ਇੱਕ ਪ੍ਰੋਗਰਾਮ ਉਲੀਕਿਆ ਇਹਨਾਂ ਨੇ, ਜਿਸ ਤਹਿਤ ਪੰਜਾਬੀ ਵਿਦਿਆਰਥੀ, ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਵਿਦਿਆਰਥੀ ਲੇਖਕ ਤੇ ਉਹਨਾਂ ਦੀਆਂ ਕਿਤਾਬਾਂ ਨੂੰ ਇਹਨਾਂ ਨੇ ਇਨਾਮ ਰੱਖੇ ਨੇ, ਜਿਹੜਾ ਬਹੁਤ ਇੱਕ ਵੱਡਮੁੱਲਾ ਉਪਰਾਲਾ ਹੈ। ਤੇ ਮੈਂ ਸਤਪਾਲ ਭਿੱਖੀ ਜੀ ਨੂੰ ਗੁਜ਼ਾਰਿਸ਼ ਕਰਦੀ ਹਾਂ ਕਿ ਉਹ ਆਪਣੀ ਕਵਿਤਾਵਾਂ ਦੀ ਸਾਂਝ ਸਾਡੇ ਨਾਲ ਪਾਉਣ। ਜੀ ਸਤਪਾਲ ਜੀ। ਹਾਜ਼ਰੀਨ ਜੀ। ਬਹੁਤ ਹੀ ਸਤਿਕਾਰਯੋਗ ਮੈਡਮ ਸਰਬਜੀਤ ਕੌਰ ਸੋਹਲ ਜੀ, ਸਤੀਸ਼ ਵਰਮਾ ਜੀ ਤੇ ਡਾਕਟਰ ਕੁਲਦੀਪ ਜੀ, ਮੈਨੂੰ ਅੱਜ ਅਧਿਆਪਕ ਦਿਵਸ ਦੇ ਮੌਕੇ ਤੇ ਕੁਝ ਸ਼ਬਦ ਸਾਂਝੇ ਕਰਨ ਦਾ ਮੌਕਾ ਮਿਲਿਆ। ਇਸ ਗੱਲ ਦੀ ਖੁਸ਼ੀ ਵੀ ਹੈ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ। ਅਧਿਆਪਕਾਂ ਦਾ ਡਾਇਲੌਗ ਬੱਚਿਆਂ ਨਾਲ, ਅਧਿਆਪਕਾਂ ਨਾਲ ਹੋਣਾ ਚਾਹੀਦਾ। ਮੈਨੂੰ ਸਮੇਂ ਦਾ ਪਤਾ ਨਹੀਂ, ਪਰ ਮੈਂ ਛੋਟੀਆਂ 2 ਜਾਂ 3 ਕਵਿਤਾਵਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਜੀ। ਬਾਕੀ ਮੈਡਮ ਤੁਸੀਂ ਦੱਸੋ ਜੀ। 2 ਕਵਿਤਾਵਾਂ ਸਾਂਝੀਆਂ ਕਰਨੀਆਂ ਨੇ ਜੀ ਤੁਹਾਡੀਆਂ ਛੋਟੀਆਂ, ਤੁਸੀਂ 3 ਕਰ ਲਓ, ਕੋਈ ਗੱਲ ਨਹੀਂ। 3 ਤੋਂ 4 ਮਿੰਟ ਹੈ ਸਭ ਪਾਸੇ। ਬਸ ਠੀਕ ਹੈ ਜੀ। ਮੇਰੀ ਇੱਕ ਸੰਕੇਤਕ ਰੂਪ ਦੇ ਵਿੱਚ ਕਵਿਤਾ ਹੈਗੀ, ਸੰਕੇਤਕ, ਜਿਹਨੂੰ ਆਪਾਂ ਸਕੂਲਾਂ ਚ ਡੰਡੇ ਦੇ ਤੌਰ ਤੇ ਵਰਤ ਲੈਂਦੇ ਆ, ਉਹਨੂੰ ਆਪਾਂ ਸੰਕੇਤਕ ਦੇ ਤੌਰ ਤੇ ਵਰਤਦੇ ਆ। ਕਵਿਤਾ ਦਾ ਨਾਮ ਹੈਗਾ ਸੰਕੇਤਕ। ਬੱਚਿਆਂ ਲਈ ਬਾਲ ਉਡਾਰੀ ਦਾ ਪਾਠ ਹੈ।
ਬੱਚਿਆਂ ਲਈ ਬਾਲ ਉਡਾਰੀ ਦਾ ਪਾਠ ਹੈ। ਅਧਿਆਪਕ ਬੋਰਡ ਤੇ ਲਿਖੇ ਸ਼ਬਦਾਂ ਨੂੰ ਸੰਕੇਤਕ ਨਾਲ ਸਮਝਾ ਰਿਹਾ ਹੈ। ਅਧਿਆਪਕ ਬੋਰਡ ਤੇ ਲਿਖੇ ਸ਼ਬਦਾਂ ਨੂੰ ਸੰਕੇਤਕ ਨਾਲ ਸਮਝਾ ਰਿਹਾ ਹੈ। ਸਹਿਜੇ ਪਲਾਂ ਨੂੰ ਮੋਬਾਈਲ ਦੀ ਘੰਟੀ, ਸਹਿਜੇ ਪਲਾਂ ਨੂੰ ਮੋਬਾਈਲ ਦੀ ਅਸਹਿਜ ਘੰਟੀ ਹੋਰ ਵੀ ਅਸਹਿਜ ਕਰ ਦਿੰਦੀ ਹੈ। ਬੱਚਿਆਂ ਲਈ ਬਾਲ ਉਡਾਰੀ ਦਾ ਪਾਠ ਹੈ। ਅਧਿਆਪਕ ਬੋਰਡ ਤੇ ਲਿਖੇ ਸ਼ਬਦਾਂ ਨੂੰ ਸੰਕੇਤਕ ਨਾਲ ਸਮਝਾ ਰਿਹਾ ਹੈ। ਸਹਿਜੇ ਪਲਾਂ ਨੂੰ ਮੋਬਾਈਲ ਦੀ ਅਸਹਿਜ ਘੰਟੀ ਹੋਰ ਵੀ ਅਸਹਿਜ ਕਰ ਦਿੰਦੀ ਹੈ। ਘਰ ਦੀ ਖੁਸ਼ਕ ਹਵਾ ਤੇ ਅਫਸਰ ਦੀ ਘੁਰਕੀ ਸੰਕੇਤਕ ਦੀ ਨੋਕ ਤੇ ਨੱਚ ਰਹੇ ਨੇ। ਬਹੁਤ ਅੱਛਾ। ਘਰ ਦੀ ਖੁਸ਼ਕ ਹਵਾ, ਅਫਸਰ ਦੀ ਘੁਰਕੀ ਸੰਕੇਤਕ ਦੀ ਨੋਕ ਉੱਤੇ ਨੱਚ ਰਹੇ ਨੇ। ਨਾੜਾਂ ਤਲੀਆਂ ਜਾ ਰਹੀਆਂ ਨੇ। ਸੰਕੇਤਕ ਡਾਢਾ ਹੋ ਗਿਆ ਹੈ ਤੇ ਹੁਣ ਡੰਡਾ ਬਣ ਗਿਆ ਹੈ। ਸੰਕੇਤਕ ਡਾਢਾ ਹੋ ਕੇ ਬਹੁਤ ਅੱਛਾ, ਬਹੁਤ ਅੱਛਾ, ਬਹੁਤ ਅੱਛਾ, ਬਹੁਤ ਵਧੀਆ ਜੀ, ਬਹੁਤ ਵਧੀਆ। ਸ਼ੁਕਰੀਆ ਜੀ, ਮਿਹਰਬਾਨੀ। ਦੂਸਰੀ ਕਵਿਤਾ ਹੈਗੀ ਹੈ, ਮੈਂ ਹਮੇਸ਼ਾ ਸਕੂਲ ਨੂੰ ਨਤਮਸਤਕ ਰਹਿਣਾ ਹੈ। ਮੈਨੂੰ ਲੱਗਦਾ ਕਿ ਜੇ ਦੁਨੀਆ ਦੇ ਵਿੱਚ ਸਕੂਲ ਦੀ ਕੋਈ ਉਦਾਹਰਨ ਨਾ ਹੁੰਦੀ, ਸ਼ਾਇਦ ਮੈਂ ਤੁਹਾਡੇ ਨਾਲ ਕਵਿਤਾ ਵੀ ਸਾਂਝੀ ਨਾ ਕਰ ਸਕਦਾ ਹੁੰਦਾ। ਜੀ ਬਿਲਕੁਲ। ਸਕੂਲ ਦਾ ਮੇਰੀ ਜ਼ਿੰਦਗੀ 'ਚ ਬਹੁਤ ਵੱਡਾ ਮਹੱਤਵ ਹੈ। ਤਾਂ ਮੇਰੀ ਦੂਸਰੀ ਕਵਿਤਾ ਦਾ ਨਾਮ ਹੈਗਾ ਸਕੂਲ। ਬਿਰਧ ਆਸ਼ਰਮ ਵਿੱਚ ਹੁੰਦੀਆਂ ਨੇ ਸਭ ਤੋਂ ਜ਼ਿਆਦਾ ਆਹਾਂ। ਮੈਡਮ ਸੋਹਲ ਜੀ। ਜੀ ਜੀ, ਇਰਸ਼ਾਦ। ਬਿਰਧ ਆਸ਼ਰਮ ਵਿੱਚ ਹੁੰਦੀਆਂ ਨੇ ਸਭ ਤੋਂ ਜ਼ਿਆਦਾ ਆਹਾਂ। ਬੇਬਸੀ ਰੋਂਦੀ ਹੈ ਸਭ ਤੋਂ ਜ਼ਿਆਦਾ ਬੇਸ਼ਵਾਵਾਂ ਦੇ ਕੋਠਿਆਂ ਤੇ। ਬੇਬਸੀ ਰੋਂਦੀ ਹੈ ਸਭ ਤੋਂ ਜ਼ਿਆਦਾ ਬੇਸ਼ਵਾਵਾਂ ਦੇ ਕੋਠਿਆਂ ਤੇ। ਸ਼ੈਤਾਨੀਆਂ ਥਾਣਿਆਂ ਅੰਦਰ ਝੂਠ ਸੰਸਥਾ ਵਿੱਚ। ਸ਼ੈਤਾਨੀਆਂ ਥਾਣਿਆਂ ਅੰਦਰ ਝੂਠ ਸੰਸਥਾ ਵਿੱਚ। ਮੰਦਰਾਂ, ਮਸਜਿਦਾਂ, ਮਸੀਤਾਂ, ਗਿਰਜਾਂ ਅੰਦਰ ਗੁਨਾਹਗਾਰ ਸਿਰ ਝੁਕਾਉਂਦੇ, ਮਾਫੀਆਂ ਮੰਗਦੇ, ਗਿੜਗਿੜਾਉਂਦੇ। ਮੰਦਰਾਂ, ਗੁਰਦੁਆਰਿਆਂ, ਮਸੀਤਾਂ, ਗਿਰਜਾਂ ਅੰਦਰ ਗੁਨਾਹਗਾਰ ਸਿਰ ਝੁਕਾਉਂਦੇ, ਮਾਫੀਆਂ ਮੰਗਦੇ, ਗਿੜਗਿੜਾਉਂਦੇ। ਦੁੱਖ ਦਰਦ ਨੇ ਹਸਪਤਾਲਾਂ ਅੰਦਰ, ਘੁਣਤਰਾ ਦਿਲਾਂ ਅੰਦਰ। ਪਰ ਸਭ ਤੋਂ ਜ਼ਿਆਦਾ ਮਾਸੂਮ, ਪਿਆਰੇ ਤੇ ਨਿਆਰੇ ਹੁੰਦੇ ਸਕੂਲ। ਪਰ ਸਭ ਤੋਂ ਜ਼ਿਆਦਾ ਮਾਸੂਮ, ਪਿਆਰੇ ਤੇ ਨਿਆਰੇ ਹੁੰਦੇ ਸਕੂਲ। ਫੁੱਲਾਂ ਵਾਂਗ ਖੁਸ਼ਬੂਆਂ ਵੰਡਦੇ, ਬੱਚਿਆਂ ਨਾਲ ਟਹਿਕਦੇ, ਖਿੜ ਉੱਠਦੇ। ਫੁੱਲਾਂ ਵਾਂਗ ਖੁਸ਼ਬੂਆਂ ਵੰਡਦੇ, ਬੱਚਿਆਂ ਨਾਲ ਟਹਿਕਦੇ, ਮਹਿਕਦੇ, ਖਿੜ ਉੱਠਦੇ। ਕਮਰੇ, ਬੋਰਡ, ਬਸਤੇ, ਕਿਆਰੀਆਂ, ਖੇਡ ਮੈਦਾਨ, ਆਲਾ ਦੁਆਲਾ ਤੇ ਅਧਿਆਪਕ ਵੀ। ਜਿਵੇਂ ਸਾਰਾ ਜਹਾਨ ਮਾਸੂਮੀਅਤ ਦੇ ਮੁਹੱਬਤ ਨਾਲ ਭਰਿਆ ਹੋਵੇ। ਬਹੁਤ ਅੱਛੀ। ਕਮਰੇ, ਬੋਰਡ, ਬਸਤੇ, ਕਿਆਰੀਆਂ, ਖੇਡ ਮੈਦਾਨ, ਆਲਾ ਦੁਆਲਾ ਤੇ ਅਧਿਆਪਕ ਵੀ। ਜਿਵੇਂ ਸਾਰਾ ਸਕੂਲ ਮਾਸੂਮੀਅਤ ਤੇ ਮੁਹੱਬਤ ਨਾਲ ਭਰਿਆ ਪਿਆ ਹੋਵੇ। ਅੱਖਰਾਂ, ਸ਼ਬਦਾਂ, ਵਾਕਾਂ ਦੇ ਵਹਿੰਦੇ ਝਰਨਿਆਂ ਵਿੱਚ। ਅੱਖਰਾਂ, ਸ਼ਬਦਾਂ, ਵਾਕਾਂ ਦੇ ਵਹਿੰਦੇ ਝਰਨਿਆਂ ਵਿੱਚ। ਬਸ ਹੁਣ ਇੰਨਾ ਹੀ ਕਹਿਣਾ ਹੈ ਕਿ ਮੈਂ ਇੱਕ ਅਧਿਆਪਕ ਹਾਂ, ਮੈਂ ਇੱਕ ਅਧਿਆਪਕ ਹਾਂ। ਬਹੁਤ ਅੱਛਾ, ਬਹੁਤ ਅੱਛਾ, ਬਹੁਤ ਵਧੀਆ। ਬਹੁਤ ਇੱਕ ਹੋਰ, ਥੈਂਕ ਯੂ ਜੀ। ਇੱਕ ਹੋਰ ਛੋਟੀ ਜੀ ਰਚਨਾ ਹੈਗੀ ਹੈ, ਇਹਦਾ ਨਾਮ ਹੈਗਾ ਨਾਜ਼ੁਕ ਰਚਨਾ। ਇਹਦੇ ਵਿੱਚ ਪਾਤਰ ਸਾਹਿਬ ਨੂੰ ਵੀ ਮੈਂ ਯਾਦ ਕੀਤਾ। ਡਾਕਟਰ ਸਾਹਿਬ, ਕਵਿਤਾ ਹੈਗੀ ਨਾਜ਼ੁਕ ਰਚਨਾ ਜੀ। ਨਾਜ਼ੁਕ ਰਚਨਾ ਦੇ ਅਭਿਆਸ ਵਿੱਚ ਵਿਲੀਨ ਹੈ ਬੱਚਾ। ਡੁੱਬਿਆ ਹੋਇਆ ਹੈ ਰਚਨਾ ਦੇ ਗੁਣਗਾਨ ਵਿੱਚ। ਮੈਡਮ ਜੀ ਆਉਣਗੇ, ਹੁਕਮ ਚਲਾਉਣਗੇ, ਉੱਚੀ ਉੱਚੀ ਬੋਲੋ, ਬੋਲੀ ਤਾਂ ਜਾਂਦੇ ਆ। ਇਹ ਰੈਫਰੈਂਸ ਪਾਤਰ ਸਾਹਿਬ ਦਾ ਜੀ। ਨਾਜ਼ੁਕ ਰਚਨਾ ਦੇ ਅਭਿਆਸ ਵਿੱਚ ਵਿਲੀਨ ਹੈ ਬੱਚਾ। ਡੁੱਬਿਆ ਹੋਇਆ ਉਹ ਲੈ ਦੇ ਵਿੱਚ। ਮੈਡਮ ਜੀ ਆਉਣਗੇ, ਹੁਕਮ ਚਲਾਉਣਗੇ, ਉੱਚੀ ਉੱਚੀ ਬੋਲੋ, ਬੋਲੀ ਤਾਂ ਜਾਂਦੇ ਆ। ਇੰਜ ਬੋਲਦਾ ਬੱਚਾ ਅਭਿਆਸ ਵਿੱਚ ਗਲਤੀ ਕਰ ਬੈਠਦਾ ਹੈ ਕਿਧਰੇ। ਇੰਜ ਗੁਣਗੁਣਾਉਂਦਾ ਬੱਚਾ ਅਭਿਆਸ ਵਿੱਚ ਗਲਤੀ ਕਰ ਬੈਠਦਾ ਹੈ ਕਿਧਰੇ। ਤੇ ਮੈਡਮ ਦਾ ਰੰਗ ਤਾਂਬੇ ਵਾਂਗ ਤਪਦਾ ਹੈ, ਆਵਾਜ਼ ਚੀਖਦੀ ਹੈ। ਗਲਤੀ ਕਰ ਬੈਠਦਾ ਹੈ ਕਿਧਰੇ ਤੇ ਮੈਡਮ ਦਾ ਰੰਗ ਤਾਂਬੇ ਵਾਂਗ ਤਪਦਾ ਹੈ, ਆਵਾਜ਼ ਚੀਖਦੀ ਹੈ।
ਗਲਤ ਹੋਈਆਂ ਸਤਰਾਂ ਡਰ ਜਾਂਦੀਆਂ ਹਨ। ਗਲਤ ਹੋਈਆਂ ਸਤਰਾਂ ਡਰ ਜਾਂਦੀਆਂ, ਬੱਚੇ ਦੇ ਮੱਥੇ ਦੀਆਂ ਤਰੇਲੀਆਂ ਸ਼ਬਦਾਂ ਦੇ ਅੱਖੀ ਖੂਨ ਬਣ ਟਪਕਦੀਆਂ। ਗਲਤ ਹੋਈਆਂ ਸਤਰਾਂ ਡਰ ਜਾਂਦੀਆਂ, ਬੱਚੇ ਦੇ ਮੱਥੇ ਦੀਆਂ ਤਰੇਲੀਆਂ ਸ਼ਬਦਾਂ ਦੇ ਅੱਖੀ ਖੂਨ ਬਣ ਟਪਕਦੀਆਂ। ਬੱਚਾ ਫਿਰ ਤੋਂ ਕੰਬਦੀ ਆਵਾਜ਼ ਵਿੱਚ ਬੋਲਦਾ ਹੈ। ਬੱਚਾ ਫਿਰ ਤੋਂ ਕੰਬਦੀ ਆਵਾਜ਼ ਵਿੱਚ ਬੋਲਦਾ ਹੈ, ਮੈਡਮ ਜੀ ਆਉਣਗੇ, ਮੈਡਮ ਜੀ ਆਉਣਗੇ। ਇੰਜ ਨਾਜ਼ੁਕ ਰਚਨਾ ਬੋਲਦਿਆਂ ਦੋਵੇਂ ਹੀ ਤਣਾਅ ਚ ਨੇ, ਮੈਡਮ ਅਤੇ ਬੱਚਾ, ਮੈਡਮ ਅਤੇ ਬੱਚਾ। बहुत अच्छा, बहुत बढ़िया, बहुत खूब सतपाल जी, बहुत खूब, बहुत वधिया अल्फाज, बहुत वधिया जी। जी बहुत बहुत धन्यवाद सतपाल भिक्खी जी। मैं जिस दूसरी अदबी शख्सियत आप नूं रूबरू करवाउण जा रही ना, उन्हें सरदार हरपाल सिंह संधावालिया जी, जो कि सिक्ख्या विभाग पंजाब दी एक उगी शख्सियत हन ते अजकल जिला गुरदासपुर जिला सिक्ख्या अफसर दीयां सेवावां निभा रहे ने। आप दी सुचज्जी ते योग अगवाई हेठ गुरदासपुर जिला पंजाब दे मोहरी जिलियां दे विच पहुंच चुका है। आप नाल दी नाल ਸਾਹਿਤ ਸਿਰਜਕ ਵੀ ਹਨ। ਵੱਖ-ਵੱਖ ਅਖਬਾਰਾਂ, ਮੈਗਜ਼ੀਨਾਂ ਤੇ ਰਸਾਲਿਆਂ 'ਚ ਆਪ ਦੀਆਂ ਬਹੁਤ ਵਧੀਆ ਸਮਾਜ ਨੂੰ ਸੇਧ ਦੇਣ ਵਾਲੀਆਂ ਰਚਨਾਵਾਂ, ਕਵਿਤਾਵਾਂ, ਲੇਖ ਛਪਦੇ ਨੇ। ਆਪ ਦਾ ਕਾਵਿ ਸੰਗ੍ਰਹਿ ਇਸ ਨੂੰ ਹੁਣ ਕੀ ਆਖਾਂ ਸਾਹਿਤ ਜਗਤ ਵਿੱਚ ਬਹੁਤ ਮਕਬੂਲ ਹੋਇਆ। ਆਪ ਦੀਆਂ ਉਹਦੇ ਚੋਂ ਮੈਂ 2 ਲਾਈਨਾਂ ਸੀ ਕਿ ਪ੍ਰਸ਼ਨ ਇਹ ਨਹੀਂ ਕਿ ਤੁਸੀਂ ਕਿੰਨੀ ਕਵਿਤਾ ਲਿਖੀ ਹੈ, ਪ੍ਰਸ਼ਨ ਇਹ ਨਹੀਂ ਕਿ ਤੁਸੀਂ ਕਿੰਨੀ ਕਵਿਤਾ ਲਿਖੀ ਹੈ, ਪ੍ਰਸ਼ਨ ਇਹ ਹੈ ਕਿ ਤੁਸੀਂ ਕਿੰਨੇ ਮਰ ਰਹੇ ਅੱਖਰਾਂ ਦੇ ਮੂੰਹ ਵਿੱਚ ਪਾਣੀ ਪਾਇਆ ਹੈ। ਮੈਂ ਹਰਪਾਲ ਸੰਧਾਵਾਲੀਆ ਜੀ ਨੂੰ ਗੁਜ਼ਾਰਿਸ਼ ਕਰਾਂਗੀ ਕਿ ਉਹ ਆਪਣੀ ਕਵਿਤਾਵਾਂ ਦੀ ਸਾਂਝ ਸਾਡੇ ਨਾਲ ਪਾਉਣ ਜੀ। ਧੰਨਵਾਦ ਮੈਡਮ ਇੰਦਰਪਾਲ ਸਾਲੋ ਜੀ। ਜੀ ਸਰ। ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੂੰਗਾ ਮੈਡਮ ਸਰਬਜੀਤ ਕੌਰ ਸੋਹਲ ਹੋਰਾਂ ਦਾ, ਪੰਜਾਬੀ ਸਾਹਿਤ ਅਕਾਦਮੀ ਵੱਲੋਂ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਲਿਖਣ ਦਾ ਮਨਜ਼ੂਰੀ ਦਿੱਤੀ ਹੈ। ਡਾਕਟਰ ਕੁਲਦੀਪ ਦੀਪ ਹੋਰਾਂ ਦਾ, ਔਰ ਨਾਲ ਹੀ ਸਵਾਗਤ ਕਰਦਾ ਹਾਂ ਅੱਜ ਇੱਥੇ ਆਏ ਹੋਏ ਸਾਰੇ ਹੀ ਸਾਡੇ ਅਧਿਆਪਕ ਸ਼ਾਇਰ। ਇਹ ਸਾਰੇ ਜਿਹੜੇ ਅੱਜ ਅਧਿਆਪਕ ਸ਼ਾਇਰ ਸਾਡੇ ਨਾਲ ਸ਼ਾਮਲ ਨੇ, ਇਹਨਾਂ ਨੂੰ ਪੜ੍ਹੀਦਾ ਹੈ, ਸੁਣੀਦਾ ਹੈ। ਅੱਜ ਇਹਨਾਂ ਦੇ ਨਾਲ ਰੂਬਰੂ ਹੋ ਕੇ ਇਹਨਾਂ ਦੇ ਨਾਲ ਮੰਚ ਵੀ ਸਾਂਝਾ ਕੀਤਾ ਜਾ ਰਿਹਾ ਹੈ ਤੇ ਮੈਨੂੰ ਬਹੁਤ ਇਸ ਚੀਜ਼ ਦੀ ਖੁਸ਼ੀ ਹੋ ਰਹੀ ਹੈ। ਮੈਂ ਆਪਣੀਆਂ 2 ਕਵਿਤਾਵਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜੀ। ਪਹਿਲੀ ਅੱਜ ਅਧਿਆਪਕ ਦਿਵਸ ਬਾਰੇ ਹੈ, ਔਰ ਦੂਜੀ ਕਵਿਤਾ ਅੱਜ ਦੇ ਹਾਲਾਤ ਬਾਰੇ ਜੀ। ਅਧਿਆਪਕ ਹਰ ਚਾਹ ਦੇ ਖੰਭ ਪਲੋਸਣੇ, ਹਰ ਪਰਵਾਜ਼ ਨੂੰ ਦਿਸ਼ਾ ਦੇਣੀ, ਹਰ ਚਾਹ ਦੇ ਖੰਭ ਪਲੋਸਣੇ, ਹਰ ਪਰਵਾਜ਼ ਨੂੰ ਦਿਸ਼ਾ ਦੇਣੀ, ਹਰ ਅੱਖ ਵਿੱਚ ਮਾਲੀ ਬਣ ਸੁਪਨਿਆਂ ਦੇ ਬੀਜ ਖਿਲਾਰਨੇ ਅਤੇ ਚੌਕੀਦਾਰ ਬਣ ਆਪਣੀਆਂ ਪਲਕਾਂ ਨਾਲ ਉਹਨਾਂ ਦੀ ਰਾਖੀ ਕਰਨੀ, ਇੰਨਾ ਕੁ ਹੈ ਬਸ ਇੱਕ ਅਧਿਆਪਕ ਦਾ ਕਰਮ ਖੇਤ। ਬਹੁਤ ਅੱਛਾ। ਧੰਨਵਾਦ ਜੀ। ਇੱਕ ਦੂਜੀ ਕਵਿਤਾ ਹੈ ਜੋ ਅੱਜ ਦੇ ਹਾਲਾਤ ਕਰਕੇ ਪੰਜਾਬ ਦੇ ਹਾਲਾਤਾਂ ਨਾਲ ਕਵਿਤਾ ਦਾ ਨਾਮ ਹੈ ਚੇਤੇ। ਬਸ ਖੰਭ ਫੈਲਾਉਣੇ ਅਤੇ ਉੱਡ ਤੁਰਨਾ ਇੱਕ ਆਸ ਨਾਲ, ਬਸ ਖੰਭ ਫੈਲਾਉਣੇ ਅਤੇ ਉੱਡ ਤੁਰਨਾ ਇੱਕ ਆਸ ਨਾਲ, ਲੰਘਦੇ ਜਾਣਾ ਕਈ ਮਾਰੂਥਲ ਪਹਾੜ ਪਾਣੀ, ਬਹਿ ਜਾਣਾ ਕਿਸੇ ਦਰਿਆ ਝੀਲ ਜਾਂ ਛੱਪੜ ਕਿਨਾਰੇ ਅਤੇ ਹੋ ਜਾਣਾ ਪ੍ਰਵਾਸੀ ਪੰਛੀ। ਮੌਸਮ ਬੰਜਰ ਹੋਣ ਤਾਂ ਚੋਗ ਨਹੀਂ ਉਗਦੀ ਹਿਜਰਤ ਜਬ, ਹਿਜਰਤ ਸਿਰਫ ਖੰਭ ਕਰਦੇ ਨੇ, ਚੇਤੇ ਤਾਂ ਧਰਤੀ ਆਪਣੇ ਕੋਲ ਰੱਖ। ਜਦ ਕਦੇ ਖੰਭ ਜਿੱਦ ਕਰਦੇ ਤਾਂ ਧਰਤੀ ਉਹਨਾਂ ਨੂੰ ਮਿਲਣ ਜਾਂਦੀ। ਬੇਗਾਨੇ ਚੋਗ ਨਾਲ ਡਿਸਪੋਜ਼ੇਬਲ ਹਾਸੇ ਖਰੀਦਦੀ, ਫੋਟੋਆਂ ਖਿਚਵਾਉਂਦੀ ਅਤੇ ਮੇਰਾ ਤਾਂ ਪੁੱਤ ਇੱਥੇ ਜੀ ਨਹੀਂ ਲੱਗਾ ਕਹਿ ਕੇ ਵਾਪਸ ਆ ਜਾਂਦੀ। ਖੰਭ ਧਰਤੀ ਨੂੰ ਮਿਹਨਤ ਕਰਦੇ
ਮਾਂ ਚੇਤੇ ਤਾਂ ਛੱਡ ਜਾਂਦੀ, ਖੰਭ ਧਰਤੀ ਨੂੰ ਮਿਹਨਤ ਕਰਦੇ ਮਾਂ ਚੇਤੇ ਤਾਂ ਛੱਡ ਜਾਂਦੀ, ਪਰ ਧਰਤੀ ਦੀ ਖੁਦਗਰਜੀ ਬੋਲਦੀ, ਨਹੀਂ ਪੁੱਤ ਇਹ ਤਾਂ ਉੱਥੇ ਜੀ ਲੈਣਗੇ ਮੇਰੇ ਆਸਰੇ, ਚੇਤਿਆਂ ਨੂੰ ਕਿਹੜੀ ਭੁੱਖ ਲੱਗਦੀ, ਚੇਤਿਆਂ ਨੂੰ ਕਿਹੜੀ ਭੁੱਖ ਲੱਗਦੀ। बहुत अच्छी, बहुत अच्छी, बहुत बहुत बढ़िया। बहुत अच्छे, बहुत अच्छे, बहुत बहुत शुक्रिया जी, बहुत ਵਧੀਆ ਸੰਧਾ ਵਾਲੀਆ ਜੀ, ਬਹੁਤ ਬਹੁਤ ਸ਼ੁਕਰੀਆ। ਮੇਰੀ ਅੱਜ ਵੀ ਜੋ ਅਗਲੇ ਸ਼ਖਸੀਅਤ ਨੇ ਸਿੱਖਿਆ ਤੇ ਸਾਹਿਤ ਨੂੰ ਸਮਰਪਿਤ ਬਲਦੀਪ ਸੰਧੂ ਜੀ, ਜਿਹੜੇ ਮੋਹਾਲੀ ਤੋਂ ਨੇ। ਆਪ ਪੰਜਾਬੀ ਲੈਕਚਰਰ ਹਨ ਤੇ ਸਿੱਖਿਆ ਵਿਭਾਗ ਵਿੱਚ ਬਿਹਤਰੀਨ ਕਾਰਗੁਜ਼ਾਰੀ ਕਾਰਨ ਆਪ ਨੂੰ ਬਹੁਤ ਸਾਰੇ ਮਾਨ ਸਨਮਾਨ ਮਿਲ ਚੁੱਕੇ ਨੇ ਤੇ ਸਾਹਿਤ ਸਿਰਜਕ ਹਨ ਬਹੁਤ ਵਧੀਆ। ਤੇ ਅੱਜ ਕੱਲ ਰੰਗ FM ਰੇਡੀਓ ਚਲਾ ਰਹੇ ਨੇ, ਜਿਸ ਉੱਪਰ ਸਾਹਿਤ ਨੂੰ ਸਮਰਪਿਤ ਬਹੁਤ ਪ੍ਰੋਗਰਾਮ, ਸਿੱਖਿਆ ਸੰਬੰਧਿਤ ਬਹੁਤ ਪ੍ਰੋਗਰਾਮ ਚੱਲ ਰਹੇ ਨੇ। ਆਪ ਦਾ ਇੱਕ ਪ੍ਰੋਗਰਾਮ ਹੈ ਫੁੱਟ ਦੀਆਂ ਕਰੂੰਬਲਾਂ, ਜਿਸ ਵਿੱਚ ਇਹ ਅਧਿਆਪਕ ਸਹਿਬਾਨ ਨੂੰ ਸਾਡੇ ਨਾਲ ਮਿਲਾਉਂਦੇ ਨੇ। ਉਹਨਾਂ ਨੇ ਕਿਹੜੇ ਕਾਰਜ ਕੀਤੇ, ਕਿਵੇਂ ਕੀਤਾ, ਉਹਦੇ ਬਾਰੇ ਚ ਬਹੁਤ ਜਾਣਕਾਰੀ ਭਰਪੂਰ ਪ੍ਰੋਗਰਾਮ ਨੇ। ਇਹ ਸਾਰੇ ਪ੍ਰੋਗਰਾਮਾਂ ਦਾ ਸੰਚਾਲਨ ਇਹ ਕਰਦੇ ਨੇ ਤੇ ਮੈਂ ਬਲਦੀਪ ਸੰਧੂ ਜੀ ਨੂੰ ਹੁਣ ਗੁਜ਼ਾਰਿਸ਼ ਕਰਾਂਗੀ ਕਿ ਆਪਣੀ ਕਵਿਤਾ ਨਾਲ ਸਾਡੇ ਨਾਲ ਸਾਂਝ ਪਾਉਣ। ਜੀ ਬਲਦੀਪ ਸੰਧੂ ਜੀ। ਅਨਮਿਊਟ ਕਰੋ ਤੁਸੀਂ। ਸ਼ੁਕਰੀਆ ਸਤਿੰਦਰ ਕਾਲੋ ਮੈਮ ਤੇ ਡਾਕਟਰ ਸਰਬਜੀਤ ਸੋਹਲ ਜੀ ਤੇ ਡਾਕਟਰ ਦੀਪ ਜੀ ਤੇ ਬਾਕੀ ਸਾਰੇ ਅਧਿਆਪਕ ਸਹਿਬਾਨ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਧੰਨਵਾਦ ਕਰਦੀ ਹਾਂ ਕਿ ਮੈਨੂੰ ਮੌਕਾ ਦਿੱਤਾ ਤੇ ਜੋ ਵੀ ਹੈ ਆਪ ਦੇ ਸਾਹਮਣੇ ਪੇਸ਼ ਹੈ। ਤੋ ਨਿੱਕੀਆਂ ਨਿੱਕੀਆਂ ਕਵਿਤਾਵਾਂ, ਇਹਦੇ ਵਿੱਚ ਇੱਕ ਮੇਰੀ ਕਵਿਤਾ ਦਾ ਉਨਮਾਨ ਹੈਗਾ ਸਵੈ ਪਿਆਰਾ। ਇਹਦੇ ਵਿੱਚ ਕੋਈ ਅਹਿਮ ਨਹੀਂ, ਕੁਛ ਨਹੀਂ, ਪਰ ਜੋ ਵੀ ਆਦਤ ਹੈ ਉਹਦੇ ਵਿੱਚ ਬਿਆਨੀ ਗਈ ਹੈ। ਮੇਰੀ ਕੋਈ ਆਦਤ ਹੈ ਜਾਂ ਮੇਰਾ ਆਪਣਾ ਸਵੈਮਾਣ, ਮੇਰੀ ਕੋਈ ਆਦਤ ਹੈ ਜਾਂ ਮੇਰਾ ਆਪਣਾ ਸਵੈਮਾਣ ਕਿ ਜਿੱਧਰ ਜਾਂਦੇ ਨੇ ਸਭ ਮੈਂ ਨਹੀਂ ਜਾਂਦੀ। ਕਿਸੇ ਭੀੜ ਵਿੱਚ, ਭੀੜ ਪਿੱਛੇ ਜਾਂ ਭੀੜ ਦੇ ਨਾਲ ਹੋਣਾ ਮੈਨੂੰ ਪਸੰਦ ਨਹੀਂ। ਕਿਸੇ ਦੇ ਕੀਤੇ ਨੂੰ ਫੇਰ ਕਰਨਾ, ਕਿਸੇ ਦੇ ਬੋਲਾਂ ਨੂੰ ਦੁਹਰਾਉਣਾ, ਕਿਸੇ ਦੀ ਖਿੱਚੀ ਲਕੀਰ ਤੇ ਮੁੜ ਤੁਰਨਾ ਫਿਤਰਤ ਨਹੀਂ ਹੈ ਮੇਰੀ। ਬਸ ਭੀੜ ਤੋਂ ਹਟ ਕੇ ਆਪਣਾ ਅਲੱਗ ਰਸਤਾ ਬਣਾ ਲੈਂਦੀ ਹਾਂ। ਕਿਸੇ ਅਣਜਾਣ ਡਗਰ ਤੇ ਪਿੱਛੇ ਆਉਂਦੇ ਨਵੇਂ ਕਾਫਿਲੇ ਖਾਤਰ ਨਵਾਂ ਰਸਤਾ ਬਣਾਉਣ ਲਈ ਦੂਜਿਆਂ ਦੇ ਛੱਡੇ ਰਸਤਿਆਂ ਤੇ ਚੱਲਣ ਤੋਂ ਜ਼ਿਆਦਾ ਭਲਾ ਲੱਗਦਾ ਹੈ ਮੈਨੂੰ ਆਪਣੇ ਨਿਸ਼ਾਨੇ ਖੁਦ ਬਣਾਉਣਾ। ਬਹੁਤ ਖੂਬ। ਤਾਂ ਅਗਲੀ ਵੇਰ ਜਦੋਂ ਮੈਨੂੰ ਮੁੜ ਰਸਤਿਆਂ ਤੇ ਭੀੜ ਦਾ ਹਿੱਸਾ ਬਣਿਆ ਨਾ ਦੇਖੀ ਤਾਂ ਘਬਰਾਈ ਨਾ, ਮੈਂ ਮਿਲਾਂਗੀ ਤੈਨੂੰ ਆਪਣੀਆਂ ਨਵੀਆਂ ਪੈੜਾਂ ਪਾਉਂਦੀ ਹੋਈ ਤੇ ਨਵੀਆਂ ਪਿਰਤਾਂ ਵੀ ਜੋ ਖੁਸ਼ੀ ਦੇ ਰਾਹਾਂ ਤੇ ਚੱਲਣ ਦਾ ਵੱਲ ਸਿਖਾਉਣਗੀਆਂ। ਜੀ ਸ਼ੁਕਰੀਆ। ਮੇਰੀ ਦੂਸਰੀ ਕਵਿਤਾ ਹੈ ਜੀ ਸਮਰਪਣ ਅਧਿਆਪਕ ਦਿਵਸ ਤੇ ਥੋੜਾ ਜਿਹਾ ਹੁਣੇ 2 ਲਾਈਨਾਂ ਚ ਰੇਟੀਆਂ ਉਦੋਂ। ਸ਼ੁਕਰਾਨਾ ਖੁਦਾ ਹਰ ਵਕਤ ਲਹਿਰਾਂ ਬਹਿਰਾਂ ਸ਼ਬਦਾਂ ਦੀਆਂ ਮੇਰੇ ਅੰਦਰ ਵਗਾਉਣ ਲਈ। ਸ਼ਬਦਕੋਸ਼ ਵਿਚਲੇ ਸਾਰੇ ਸ਼ਬਦ ਪਰਿਭਾਸ਼ਿਤ ਕਰਦੇ ਨੇ ਮੇਰੀਆਂ ਭਾਵਨਾਵਾਂ ਨੂੰ, ਪਰ ਅੱਜ ਅਹਿਸਾਸ ਨੇ ਮੇਰੇ ਉਸ ਚਾਨਣ ਮੁਨਾਰੇ ਖਾਤਰ ਜਿਸ ਦਾ ਮਜ਼ਹਬ ਨਾ ਲੱਭੇ ਕਿਤਾਬਾਂ ਚੋਂ, ਉਹਨਾਂ ਕਿਤਾਬਾਂ ਸੰਗ ਹੀ ਕਿਤੇ ਆਰਤੀ ਕਿਤੇ ਨਮਾਜ਼ ਬਣਾਉਂਦਾ ਹੈ। ਕਦੇ ਜਾਣਾ ਨਾ ਉਸ ਕੋਲ ਸਿੱਖਣ ਤਰੀਕੇ ਜੁਗਾੜਾਂ ਦੇ, ਉਹ ਤਾਂ ਮਿਹਨਤ ਲਗਨ ਅੰਗ ਸੰਗ ਹਰ ਅਨੋਖਾ ਰਿਵਾਜ ਬਣਾਉਂਦਾ ਹੈ। ਉਹ ਸੋਹਣੇ ਸੁਰ ਸਜਾਉਣ ਲਈ ਸੁਰੀਲੇ ਸਾਜ਼ ਬਣਾਉਂਦਾ, ਔਜੜੇ ਪਰਿੰਦਿਆਂ ਨੂੰ ਘੁੱਗੀਆਂ ਤੋਂ ਆਵਾਜ਼ ਬਣਾਉਂਦਾ ਹੈ। ਚੁੱਪ ਚੁਪੀਤੇ ਸੁਣ ਸ਼ਿਕਵੇ ਸ਼ਿਕਾਇਤਾਂ ਸਭ ਦੀਆਂ ਦੁਨੀਆ ਨੂੰ ਬਦਲਣ ਦੀ ਇੱਕ ਆਵਾਜ਼ ਉਠਾਉਂਦਾ ਹੈ। ਜਿਵੇਂ ਸਮੁੰਦਰ ਵੇਖਦਾ ਸਦਾ ਹੌਸਲੇ ਬੇੜਿਆਂ ਦੇ,
ਡੁੱਬਦੇ ਬੇੜਿਆਂ ਨੂੰ ਉਹੀ ਤਾਂ ਜਹਾਜ਼ ਬਣਾਉਂਦਾ ਹੈ। ਬਹੁਤ ਖੂਬ। ਪੁੱਜੇ ਚੰਦ ਤੇ ਕੋਈ ਜਾਂ ਬਣਾਵੇ ਬੁਰਜੇ ਖਲੀਫਾ, ਉਹ ਤਾਂ ਕੱਚੀਆਂ ਇੱਟਾਂ ਤੋਂ ਹੀ ਤਾਜ ਬਣਾਉਂਦਾ ਹੈ। ਉਹ ਨਜੂਮੀਓ ਛੱਡ ਦਿਓ ਤਾਰਿਆਂ ਦੀ ਤੱਕ ਲਾਉਣਾ ਤੁਸੀਂ, ਆਉਣ ਵਾਲੇ ਕੱਲ ਨੂੰ ਉਹੀ ਤਾਂ ਨਾਯਾਬ ਬਣਾਉਂਦਾ ਹੈ। ਜੀ ਹਾਂ, ਉਹ ਹੈ ਰੋਸ਼ਨ ਰਾਹਾਂ ਦਾ ਗਿਆਤਾ, ਭਵਿੱਖ ਦਾ ਨਿਰਮਾਤਾ, ਸਾਡਾ ਸਤਿਕਾਰਯੋਗ ਅਧਿਆਪਕ। ਐਡਵਾਂਸ ਵਿੱਚ ਅਧਿਆਪਕ ਦਿਵਸ ਮੁਬਾਰਕ ਹੋਵੇ ਜੀ ਸਾਰਿਆਂ ਨੂੰ। ਬਸ ਜੀ, ਮੈਂ ਇਹ ਦੋ ਹੀ ਕਵਿਤਾਵਾਂ ਪੇਸ਼ ਆਪਦੀ ਇਜਾਜ਼ਤ ਨਾਲ ਕੀਤੀਆਂ। ਬਹੁਤ ਬਹੁਤ ਸ਼ੁਕਰੀਆ ਜੀ। बहुत बहुत शुक्रिया बलदीप जी, बहुत शुक्रिया, बहुत खूब, बहुत बढ़िया। थैंक यू मैडम, थैंक जी। मेरी अगली अदबी कवित्री ने डॉक्टर सिमरत सुमेरा जी। जी सिमरत जी। जी डॉक्टर सिमरत सुमेरा जी सिक्ख्या ਅਤੇ ਸਾਹਿਤਿਕ ਜਾਣੀ ਮਾਨੀ ਸ਼ਖਸੀਅਤ ਨੇ। ਬਿਹਤਰੀਨ ਕਾਰਗੁਜ਼ਾਰੀ ਬਦਲੇ ਆਪ ਨੂੰ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਟੇਟ ਅਤੇ ਨੈਸ਼ਨਲ ਅਵਾਰਡ ਮਿਲ ਚੁੱਕਿਆ ਹੈ। ਆਪ ਦੀਆਂ 20 ਬਾਲ ਪੁਸਤਕਾਂ ਆ ਚੁੱਕੀਆਂ ਨੇ, 2 ਗਜ਼ਲ ਸੰਗ੍ਰਹਿ, 3 ਨਾਵਲ, 2 ਕਾਵਿ ਸੰਗ੍ਰਹਿ, 1 ਸਿਪਾਹੀ ਹਦੀਨ ਹੈ ਤੇ 1 ਸ਼ਬਦ ਚਿੱਤਰ। ਅਨੇਕਾਂ ਹੀ ਮਾਨ ਸਨਮਾਨ ਆਪ ਨੂੰ ਵੱਖ-ਵੱਖ ਸਾਹਿਤ ਸਭਾਵਾਂ ਵੱਲੋਂ ਮਿਲੇ ਨੇ। ਆਪ ਨੂੰ ਨੈਸ਼ਨਲ ਲਿਟਰੇਸੀ ਅਵਾਰਡ, ਨੈਸ਼ਨਲ ਯੂਥ अवार्ड, ब्रेवरी अवार्ड, बहुत सारे मान सम्माना ने आपके पास। मैं आज इस अध्यापक दिवस की पूर्व संध्या ते आप जी ਨੂੰ गुजारिश कर रही हाँ कि आप अपनी कवितावां दी सांझ साडे नाल पाओ। डॉक्टर सिमरत सुमेरा जी। जी सिमरत, शुक्रिया। हाजरीन, एक गजल कह रही हूं जी। कटा दी आस रखी सी जिदे तरवास दे उत्ते, कटा दी आस रखी सी जिदे तरवास दे उत्ते, ओ बदल ला रिया पहरे असाडी प्यास दे उत्ते। कटा दी आस रखी सी जिदे तरवास दे उत्ते, ओ बदल ला रिया पहरे असाडी प्यास दे उत्ते। मशाला वांगरा बल्कि हनेरे चीर देवांगे, मशाला वांगरा बल्कि हनेरे चीर देवांगे, के पैड़ा छड्ड जावांगे असी इतिहास दे उत्ते। बहुत खूब, वाह जी वाह। कला दी इक पुजारन हां कहो ना बुत फिकन मैनू। सोल जी शेर सुनना। कला दी इक पुजारन हां कहो ना बुत फिकन मैनू, करो ना शक एवें ही मेरे विश्वास दे उत्ते, करो ना शक एवें ही मेरे विश्वास दे उत्ते। शेर है जी। मोहब्बत नू समझ बैठा है वो शतरंज दी बाजी, मोहब्बत नू समझ बैठा है वो शतरंज दी बाजी, बड़ा ही है उदे एहसास दे उत्ते, बड़ा ही एहसास दे उत्ते। अगला शेर अजीम। सुनहरी हो गए सिट्टे वही खाते उले आया, सुनहरी हो गए सिट्टे वही खाते उले आया, के पानी फेरिया उसने असाडी आस दे उत्ते, के पानी फेरिया उसने असाडी आस दे उत्ते। मक्तर है जी। किधर तुर चलियां कूंजा वतन ने छड़ के अपना, किधर तुर चलियां कूंजा वतन ने छड़ के अपना, परां विच दर्द भर के निकलियां परवास दे उत्ते, परां विच दर्द भर के निकलियां परवास दे उत्ते। कट्टा दी आस रखी सी जिदे तरवास दे उत्ते, बदल रिया पहरे असाडी प्यास दे उत्ते। बहुत अच्छे, वाह जी वाह, बढ़िया शेयर पेश किया। थैंक यू। जी सिमरत जी, बहुत बहुत धन्यवाद, बहुत बहुत धन्यवाद जी। शुक्रिया, मेहरबानी जी। जी जो अगले अदबी कवित्री ने साडे नाल उन्हें प्रोफेसर बलजीत कौर रियाड़ जी, जो कि असिस्टेंट प्रोफेसर ने पंजाबी विभाग गुरु नानक देव यूनिवर्सिटी। आप दियां 2 किताबां आलोचना दियां आ चुकियां ने, जिहड़ियां कि फिक्शन ते हन। बहुत सारे खोज पत्र आपने लिखे
आपके 30 जर्नल्स लगभग आपके रिसर्च पेपर छप चुके ने, बहुत सारी मैगजीन्स अखबारां च रसालियां च आप दियां बहुत ही खूबसूरत रचनावां छपदियां ने। मैं आप जी नूं गुजारिश करांगी कि आप आज साडे नाल अपने अल्फाजां दी सांझ पाओ। प्रोफेसर बलजीत कौर रियाड़ जी। जी बहुत बलजीत जी। शुक्रिया मैम। मेरे लिए बहुत ही आदर ते सत्कारयोग प्रिंसीपल डॉक्टर सरबजीत कौर सोहल जी, डॉक्टर कुलदीप सिंह दीप जी, मैडम सतिंदर कालों जी ते हाजरीन शायर, मैं दो अपनी कवितावां आप जी नाल सांझियां करांगी। एक है वो मेरे एहसास जो मैं एक बतौर अध्यापक और विद्यार्थी ਹੁੰਦਿਆਂ महसूस करती सी। एक मैं कुछ रिश्ते कविता आप जी नाल सांझी करांगी। तो पहली नज़म है मेरी कि उगड़ दुगड़ राहां तो पार मंजिल दिखाउंदा, उगड़ दुगड़ राहां तो पार मंजिल दिखाउंदा, अपना मेहनत ते दुनियादारी सिखाउंदा, अंधकार चों कट के रोशनी दी चिण गलाउंदा, आपे दी झलक ते कंकरां चों हीरा बनाउंदा, वो है अध्यापक। थके हारे ते भटके पांदियां रस्ते ते पाउंदा, मस्तक विच दीवा जगाउंदा, आपे तो वध सिੱਖਿਅਕ ਨੂੰ ਚਾਹੁੰਦਾ, बुराई ਨੂੰ परे कर ਚੰਗਿਆਈ ਦਾ ਪਾਠ ਪੜਾਉਂਦਾ, ਉਹ ਹੈ ਇੱਕ ਅਧਿਆਪਕ। ਸਮਾਜ ਨੂੰ ਰਚਨਾਉਂਦਾ, ਦ੍ਰਿਸ਼ਟੀਕੋਣ ਨਾਲ ਸ੍ਰਿਸ਼ਟੀ ਦਾ ਪ੍ਰਤੱਖਣ ਕਰਾਉਂਦਾ, ਐਵੇਂ ਨਹੀਂ ਭਰਮਾਉਂਦਾ, ਤਜਰਬੇ ਵਿੱਚੋਂ ਗੱਲਾਂ ਸੱਚੀਆਂ ਸੁਣਾਉਂਦਾ, ਕੱਚੀ ਮਿੱਟੀ ਦਾ ਪੱਕਾ ਭਾਂਡਾ ਬਣਾਉਂਦਾ, ਉਹ ਹੈ ਇੱਕ ਅਧਿਆਪਕ। ਜਿਵੇਂ ਕਿ ਦੀਪ ਜੀ ਨੇ ਸ਼ੁਰੂ ਚ ਕਿਹਾ ਸੀ, ਮਾਂ ਬਾਪ, ਭੈਣ ਭਰਾ ਤੇ ਦੋਸਤ ਮਿੱਤਰ ਹਰ ਰਿਸ਼ਤੇ ਦਾ ਅਹਿਸਾਸ ਹੈ। ਭਾਈਚਾਰਕ ਸਾਂਝ, ਦੇਸ਼ ਸੇਵਾ ਤੇ ਸੱਚੀ ਕਿਰਤ ਦੀ ਅਰਦਾਸ ਹੈ। ਅੱਖਰਾਂ ਦਾ ਸਮੁੰਦਰ, ਲਫ਼ਜ਼ਾਂ ਦੀ ਦੁਨੀਆ ਦਾ ਬਾਦਸ਼ਾਹ, ਬੁੱਤ ਘਾੜਤ ਰੰਗ ਭਰਦਾ, ਖੁਸ਼ੀਆਂ ਖੇੜਿਆਂ ਦਾ ਭੰਡਾਰ ਹੈ। ਮੇਰੇ ਲਈ ਹਮੇਸ਼ਾ ਅਧਿਆਪਕ ਲਈ ਸਤਿਕਾਰ है, मेरे लिए हमेशा अध्यापक लिए सत्कार है। बहुत अच्छी। तो अगली मेरी कविता है जो बटाले तो बहुत ही मायनाज हस्ती कि शिव कुमार बटालवी जी ਦੀ ਇੱਕ ਕਵਿਤਾ ਹੈ ਕੁਝ ਰੁੱਖ। ਮੈਨੂੰ ਬਹੁਤ ਚੰਗੀ ਲੱਗਦੀ ਸੀ, ਉਸ ਤਰਜ਼ ਤੇ ਮੈਂ ਕਵਿਤਾ ਲਿਖੀ ਸੀਗੀ, ਉਸ ਤਰ੍ਹਾਂ ਦੀ ਰਲਦੀ ਮਿਲਦੀ। ਕੁਝ ਰਿਸ਼ਤੇ ਸਾਂਝੀ ਕਰਨ ਜਾ ਰਹੀ ਹਾਂ। ਕੁਝ ਰਿਸ਼ਤੇ ਮੈਨੂੰ ਆਪਣੇ ਲੱਗਦੇ, ਕੁਝ ਲੱਗਦੇ ਬਹੁਤ ਪਰਾਏ, ਕੁਝ ਰਿਸ਼ਤੇ ਮੈਨੂੰ ਓਪਰੇ ਜਾਪਣ, ਕੁਝ ਲੱਗਦੇ ਅਮਾਂ ਜਾਏ। ਕੁਝ ਰਿਸ਼ਤੇ ਬਣੇ ਤਨ ਦਾ ਕੱਪੜਾ, ਅਸਾਂ ਜ਼ਿੰਦਗੀ ਨਾਲ ਹੰਡਾਏ, ਕੁਝ ਰਿਸ਼ਤੇ ਵਸੇ ਦਿਲ ਦੇ ਅੰਦਰ, ਆਪਣੇ ਤੋਂ ਵੱਧ ਚਾਹੇ। ਬਹੁਤ ਖੂਬ। ਕੁਝ ਰਿਸ਼ਤੇ ਬਣੇ ਨੂਰ ਅੱਖਾਂ ਦਾ, ਕੁਝ ਰਿਸ਼ਤੇ ਬਣੇ ਨੂਰ ਅੱਖਾਂ ਦਾ, ਅਸਾਂ ਸੁਰਮੇ ਵਾਂਗ ਸਜਾਏ, ਕੁਝ ਰਿਸ਼ਤੇ ਸਦਾ ਬਣ ਕੰਡਿਆਲਾ ਸਾਨੂੰ ਜ਼ਖਮੀ ਕਰਦੇ ਆਏ। ਕੁਝ ਰਿਸ਼ਤੇ ਬਣੇ ਦਿਲਬਰ ਸਾਡੇ, ਸਾਥੋਂ ਜਾਣੇ ਨਹੀਂ ਭੁਲਾਏ, ਕੁਝ ਰਿਸ਼ਤੇ ਤਕਦੀਰ ਨੇ ਸਾਡੀ ਮਸਤਕ ਵਿੱਚ ਸਮਾਏ। ਕੁਝ ਰਿਸ਼ਤੇ ਬਣ ਬਣ ਕੇ ਯਾਦਾਂ ਸਾਡੇ ਸੁਪਨਿਆਂ ਦੇ ਵਿੱਚ ਆਏ, ਕੁਝ ਰਿਸ਼ਤਿਆਂ ਨੇ ਸਾਨੂੰ ਲੱਭਿਆ, ਕੁਝ ਨੂੰ ਅਸੀਂ ਹਾਂ ਲੱਭਦੇ ਆਏ। ਵਾਹ ਜੀ ਵਾਹ। ਕੁਝ ਰਿਸ਼ਤਿਆਂ ਦੇ ਮਿਲੇ ਸਿਲੇ, ਕੁਝ ਰਿਸ਼ਤਿਆਂ ਦੇ ਮਿਲੇ ਸਿਲੇ, ਹੱਸ ਝੋਲੀ ਅਸਾਂ ਪਵਾਏ, ਫਿਰ ਵੀ ਸਾਡੇ ਸਿਰ ਉਲਾਮੇ ਸਾਰੇ ਜਗ ਦੇ ਆਏ, ਫਿਰ ਵੀ ਸਾਡੇ ਸਿਰ ਉਲਾਮੇ ਸਾਰੇ ਜਗ ਦੇ ਆਏ। ਬਹੁਤ ਸ਼ੁਕਰੀਆ ਜੀ। ਬਹੁਤ ਖੂਬਸੂਰਤ, ਬਹੁਤ ਵਧੀਆ ਜੀ, ਬਹੁਤ ਖੂਬਸੂਰਤ ਰਿਸ਼ਤਿਆਂ ਦੀ ਤਰਜਮਾਨੀ ਦੀ ਕਵਿਤਾ ਬਲਜੀਤ ਰਿਆੜ ਜੀ, ਬਹੁਤ ਬਹੁਤ ਸ਼ੁਕਰੀਆ। बहुत ही खूबसूरत, बहुत खूबसूरत, बहुत खूबसूरत जी। मेरे जो अदबी शख्सियत अगले मेरे नाल ने, उन्हें करमजीत गरेवाल। करमजीत गरेवाल सिक्ख्या ते ਸਾਹਿਤਿਕ जानी मानी शख्सियत है। आपने स्टेट और नेशनल अवार्ड
मिल चुके ने, 10 किताबां पब्लिश हो चुकियां ने, बहुत सारे गीत लिखे ने करमजीत ने ਜਿਹੜੇ ਕਿ ਸਿੱਖਿਆ ਵਿਭਾਗ 'ਚ ਬਹੁਤ ਮਕਬੂਲ ਨੇ। ਔਰ ਇੱਕ ਖਾਸੀਅਤ ਹੈ ਕਿ ਉਹਨਾਂ ਗੀਤਾਂ ਨੂੰ ਇਸਨੇ ਫਿਲਮਾਇਆ ਹੈ, ਬੱਚਿਆਂ ਦੇ ਨਾਲ ਆਪ ਫਿਲਮਾ ਕੇ ਉਹਦੀਆਂ ਵੀਡੀਓਜ਼ ਜਿਹੜੀਆਂ ਸਕੂਲਾਂ 'ਚ ਭੇਜੀਆਂ ਨੇ, ਜਿਹੜਾ ਇੱਕ ਬਹੁਤ ਹੀ ਵੱਡਮੁੱਲਾ ਉਪਰਾਲਾ ਹੈ। ਤੇ ਕੱਲ ਹੀ ਜਿਹੜਾ ਸਿੱਖਿਆ ਵਿਭਾਗ ਵੱਲੋਂ ਟੀਚਰ ਫੈਸਟ 2021 ਕਰਵਾਇਆ ਗਿਆ, ਉਸ ਵਿੱਚ ਰਾਜ ਪੱਧਰ ਤੇ ਪੰਜਾਬੀ ਵਿੱਚ ਵਿਸ਼ੇ ਵਿੱਚ ਤੇ ਸਵਾਗਤ ਜ਼ਿੰਦਗੀ ਵਿਸ਼ੇ ਵਿੱਚ ਦੋਨਾਂ ਵਿੱਚ ਹੀ ਆਪ ਨੂੰ ਦੂਜਾ ਸਥਾਨ ਪੰਜਾਬ 'ਚ ਪ੍ਰਾਪਤ ਹੋਇਆ ਹੈ। ਇਸ ਲਈ ਕਰਮਜੀਤ ਜੀ ਵਧਾਈ ਦੇ ਬਹੁਤ ਪਾਤਰ ਨੇ। ਬਹੁਤ ਮਾਣ ਵਾਲੀ ਗੱਲ ਹੈ ਕਿ ਮੈਂ ਇੱਕ ਗੱਲ ਇੱਥੇ ਮਹਿਸੂਸ ਕਰ ਰਹੀ ਸੀ ਕਿ ਮੈਨੂੰ ਜਾਪਦਾ ਕਿ ਇੱਕ ਹੀ ਸਕੂਲ 'ਚ ਇੱਕ ਹੀ ਅਧਿਆਪਕ ਵੱਲੋਂ ਇੱਕ ਹੀ ਸਮੇਂ ਰਾਜ ਪੱਧਰੀ 2 ਪੁਰਸਕਾਰ, 2 ਵਿਸ਼ਿਆਂ 'ਚ ਪੁਰਸਕਾਰ ਮਿਲਨੇ ਪਹਿਲੀ ਵਾਰ ਹੈ ਪੰਜਾਬ 'ਚ। ਮੇਰਾ ਖਿਆਲ ਹੈ, ਅੱਗੋਂ ਸ਼ਾਇਦ ਮੈਂ ਗਲਤ ਹੀ ਹੋ ਜਾਵਾਂ, ਪਰ ਮੈਨੂੰ ਲੱਗਦਾ ਕਿਉਂ ਦੀਪ ਜੀ? ਹਾਂਜੀ ਹਾਂਜੀ, ਪਹਿਲੀ ਵਾਰ ਹੈ। ਤੇ ਅਸੀਂ ਕਰਮਜੀਤ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਆਪਣਾ ਕੋਈ ਵਧੀਆ ਕਵਿਤਾ ਗਾ ਕੇ ਸਾਨੂੰ ਸੁਣਾਓ, ਜ਼ਰੂਰ ਗਾਇਨ ਰੂਪ ਚ ਸੁਣਾਓ, ਜ਼ਿਆਦਾ ਅੱਛਾ ਰਹੇਗਾ ਜੀ। ਬਹੁਤ ਬਹੁਤ ਧੰਨਵਾਦ ਮੈਮ ਕਾਲੂ ਜੀ, ਡਾਕਟਰ ਸਰਬਜੀਤ ਸੋਹਲ ਜੀ, ਕੁਲਦੀਪ ਸਿੰਘ ਦੀਪ ਜੀ, ਸਾਡੇ ਨਾਲ ਸਾਰੇ ਹੀ ਜੁੜੇ ਹੋਏ ਅਧਿਆਪਕ ਸਾਹਿਬਾਨ, ਕਵੀ ਸਾਹਿਬਾਨ। ਤੇ ਮੈਂ ਆਪਣਾ ਗੀਤ ਤੁਹਾਡੇ ਨਾਲ ਸਾਂਝਾ ਕਰੂੰਗਾ ਜੀ, ਜਿਹੜਾ ਅਧਿਆਪਕ ਨੂੰ ਹੀ ਸਮਰਪਿਤ ਹੈ ਜੀ, ਉਹ ਗੀਤ ਨਾਲ ਸਾਂਝਾ ਕਰਦਾ ਜੀ। ਅੱਖਰਾਂ ਦੇ ਨਾਲ ਜਿਹੜੇ ਗੂੜੀ, ਅੱਖਰਾਂ ਦੇ ਨਾਲ ਜਿਹੜੇ ਗੂੜੀ ਸਾਂਝ ਪਵਾਉਂਦੇ ਨੇ ਸਾਰੀ ਜ਼ਿੰਦਗੀ, ਸਾਰੀ ਜ਼ਿੰਦਗੀ ਉਹ ਅਧਿਆਪਕ ਚੇਤੇ ਆਉਂਦੇ ਨੇ ਸਾਰੀ ਜ਼ਿੰਦਗੀ। ਅੱਖਰਾਂ ਦੇ ਨਾਲ ਜਿਹੜੇ ਗੂੜੀ ਸਾਂਝ ਪਵਾਉਂਦੇ ਨੇ ਸਾਰੀ ਜ਼ਿੰਦਗੀ, ਸਾਰੀ ਜ਼ਿੰਦਗੀ ਉਹ ਅਧਿਆਪਕ ਚੇਤੇ ਆਉਂਦੇ ਨੇ ਸਾਰੀ ਜ਼ਿੰਦਗੀ। ਪੂਰੀ ਕਰਕੇ ਚਾਵਾਂ ਦੇ ਨਾਲ ਜਦੋਂ ਦਿਖਾਉਣੀ ਕਾਪੀ, ਅੱਜ ਤੱਕ ਦੇਵੇ ਇੱਕ ਤਸੱਲੀ ਉਹ ਹੱਥਾਂ ਦੀ ਥਾਪੀ, ਅੱਜ ਤੱਕ ਦੇਵੇ ਇੱਕ ਤਸੱਲੀ ਉਹ ਹੱਥਾਂ ਦੀ ਥਾਪੀ। ਡਿੱਗੇ ਪਏ ਨੂੰ ਉੱਠਣ ਦੇ ਗੁਰ ਜੋ ਸਮਝ ਆਉਂਦੇ ਨੇ ਸਾਰੀ ਜ਼ਿੰਦਗੀ, ਸਾਰੀ ਜ਼ਿੰਦਗੀ ਉਹ ਅਧਿਆਪਕ ਚੇਤੇ ਆਉਂਦੇ ਨੇ ਸਾਰੀ ਜ਼ਿੰਦਗੀ। ਕਿੰਨੇ ਹੀ ਉਪਕਾਰ ਨੇ ਉਸਦੇ ਕੀ ਬੋਲ ਸੁਣਾਵਾਂ, ਉਹ ਸਕੂਲ ਨਾ ਭੁੱਲਦਾ ਜਿੱਥੇ ਰਹੇ ਮਾਣ ਦੇ ਛਾਵਾਂ, ਉਹ ਸਕੂਲ ਨਾ ਭੁੱਲਦਾ ਜਿੱਥੇ ਰਹੇ ਮਾਣ ਦੇ ਛਾਵਾਂ। ਸੁਣੇ ਜਮਾਤ ਚ ਬੋਲ ਜੋ ਮਿੱਠੜੇ, ਸੁਣੇ ਜਮਾਤ ਚ ਬੋਲ ਜੋ ਮਿੱਠੜੇ ਅੱਜ ਲਹਿਰਾਉਂਦੇ ਨੇ ਸਾਰੀ ਜ਼ਿੰਦਗੀ, ਸਾਰੀ ਜ਼ਿੰਦਗੀ ਉਹ ਅਧਿਆਪਕ ਚੇਤੇ ਆਉਂਦੇ ਨੇ ਸਾਰੀ ਜ਼ਿੰਦਗੀ। ਬਹੁਤ ਅੱਛਾ। ਸਭ ਤੋਂ ਉੱਚਾ ਸਭ ਤੋਂ ਸੁੱਚਾ ਇਹ ਪਵਿੱਤਰ ਰਿਸ਼ਤਾ, ਹੱਸਦਾ ਵਸਦਾ ਰਹੇ ਹਮੇਸ਼ਾ ਸਾਂਭਣ ਯੋਗ ਫਰਿਸ਼ਤਾ, ਹੱਸਦਾ ਵਸਦਾ ਰਹੇ ਹਮੇਸ਼ਾ ਸਾਂਭਣ ਯੋਗ ਫਰਿਸ਼ਤਾ। ਬੀਜੇ ਉਸ ਜੋ ਮਨ ਵਿੱਚ ਸੁਪਨੇ ਅੱਜ ਲਹਿਰਾਉਂਦੇ ਨੇ ਸਾਰੀ ਜ਼ਿੰਦਗੀ, ਸਾਰੀ ਜ਼ਿੰਦਗੀ ਉਹ ਅਧਿਆਪਕ ਚੇਤੇ ਆਉਂਦੇ ਨੇ ਸਾਰੀ ਜ਼ਿੰਦਗੀ। ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ। ਬਹੁਤ ਅੱਛਾ, ਬਹੁਤ ਵਧੀਆ, ਬਹੁਤ ਅੱਛੇ ਕਰਮਜੀਤ, ਬਹੁਤ ਅੱਛੇ, ਬਹੁਤ ਵਧੀਆ। ਕਿ ਇੱਕ ਵਧੀਆ ਅਧਿਆਪਕ ਕਹਿੰਦੇ ਕਿ ਉਹ ਮੋਮਬੱਤੀ ਦੀ ਤਰ੍ਹਾਂ ਹੁੰਦਾ ਹੈ ਜੋ ਦੂਜਿਆਂ ਨੂੰ ਰੋਸ਼ਨੀ ਦੇਣ ਲਈ ਆਪਣੀ ਪਰਵਾਹ ਨਹੀਂ ਕਰਦਾ। ਪਰ ਅਧਿਆਪਕ ਦਾ ਕਿੱਤਾ ਬੜਾ ਉੱਚਾ ਤੇ ਸੁੱਚਾ ਕਿੱਤਾ ਹੈ। ਜਿੰਨੇ ਵੀ ਹੋਰ ਕਿੱਤੇ ਨੇ
ਇੰਜੀਨੀਅਰ, ਡਾਕਟਰ, ਬਿਜ਼ਨਸਮੈਨ ਸਭ ਨੂੰ ਬਣਾਉਣ ਵਾਲਾ ਇਹ ਅਧਿਆਪਕ ਹੀ ਹੈ। ਇਸ ਲਈ ਸਾਡੇ ਅਧਿਆਪਕਾਂ ਦੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਹੈ ਜੀ। ਅਗਲੇ ਮੇਰੇ ਜੋ ਅਦਬੀ ਅਧਿਆਪਕ ਆਪਣੇ ਅਲਫਾਜ਼ ਸਾਂਝੇ ਕਰਨਗੇ, ਉਹਨੇ ਕੁਲਵਿੰਦਰ ਬਛੋਆਣਾ ਜੀ, ਜਿਹੜੇ ਕਿ ਇੱਕ ਬਹੁਤ ਮਿਹਨਤੀ ਔਰ ਬੜੇ ਵਧੀਆ ਅਧਿਆਪਕ ਨੇ, ਮਾਨਸਾ ਤੋਂ ਨੇ। ਆਪ ਇੱਕ ਨੌਜਵਾਨ ਗਜ਼ਲਕਾਰ ਹੈ ਤੇ ਗਜ਼ਲ ਨੂੰ ਨਵੇਂ ਅਸਮਾਨ, ਨਵੇਂ ਸੂਰਜ ਤੇ ਨਵੇਂ ਆਯਾਮ ਦੇ ਰਿਹਾ ਹੈ। ਇਸਨਾਂ ਦੀ ਗਜ਼ਲ ਸੰਗ੍ਰਹਿ ਵਕਤ ਜੋ ਸਾਡਾ ਨਹੀਂ, ਤੇ ਬਹੁਤ ਸੋਹਣੀਆਂ ਗਜ਼ਲਾਂ ਨੇ ਉਸ ਕਿਤਾਬ 'ਚ। ਤੇ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗੀ ਕੁਲਵਿੰਦਰ ਜੀ ਨੂੰ ਕਿ ਆਪਣੀ ਕਵਿਤਾ ਦੀ ਸਾਂਝ ਸਾਡੇ ਨਾਲ ਪਾਉਣ। ਜੀ ਕੁਲਵਿੰਦਰ ਜੀ। ਹਾਂਜੀ, ਬਹੁਤ ਸ਼ੁਕਰੀਆ ਮੈਡਮ ਜੀ। ਜੀ ਜੀ ਬਹੁਤ ਧੰਨਵਾਦ ਕਰਦਾ ਮੈਂ ਮੈਡਮ ਸਰਬਜੀਤ ਕੌਰ ਸੋਹਲ ਜੀ, ਡਾਕਟਰ ਕੁਲਦੀਪ ਸਿੰਘ ਦੀਪ, ਮੈਡਮ ਸਤਿੰਦਰ ਕਾਲੋਂ, ਸਤਪਾਲ ਭੀਖੀ ਤੇ ਹੋਰ ਸਾਰੇ ਸ਼ਾਇਰ ਅਧਿਆਪਕ ਦੋਸਤ ਜਿਨ੍ਹਾਂ ਨੇ ਬਹੁਤ ਅੱਛੀਆਂ ਰਚਨਾਵਾਂ ਪੇਸ਼ ਕੀਤੀਆਂ। ਤੇ ਮੈਂ ਇੱਕ ਕਵਿਤਾ ਤੇ ਇੱਕ ਗਜ਼ਲ ਆਪ ਸਭ ਨਾਲ ਸਾਂਝੀ ਕਰਦਾ ਜੀ। ਕਵਿਤਾ ਜਿਹੜੀ ਹੈਗੀ ਆ ਉਹ ਅਧਿਆਪਨ ਦੇ ਦੌਰਾਨ ਹੀ, ਉਹਦੇ ਅਧਿਆਪਨ ਦੇ ਵਿੱਚੋਂ ਨਿਕਲੀ ਹੋਈ ਹੈ, ਉਸ ਤਰ੍ਹਾਂ ਦੀਆਂ ਸਿਚੁਏਸ਼ਨਾਂ ਦੇ ਵਿੱਚੋਂ। ਤੇ ਗਜ਼ਲ ਜਿਹੜੀ ਮੈਂ ਸੁਣਾਊਂਗਾ ਉਹ ਦੁਨੀਆਦਾਰੀ ਦੇ ਵਿੱਚੋਂ ਪੈਦਾ ਹੋਈ ਹੈ। ਪਹਿਲਾਂ ਮੈਂ ਕਵਿਤਾ ਸਾਂਝੀ ਕਰਦਾ ਹੈਗੀ ਵਿਦਿਆ ਜੀ। ਕਿ ਤੀਜੀ ਜਮਾਤ ਨੂੰ ਪੰਜਾਬੀ ਦਾ ਚੌਥਾ ਪਾਠ ਪੜ੍ਹਾ ਕੇ, ਤੀਜੀ ਜਮਾਤ ਨੂੰ ਪੰਜਾਬੀ ਦਾ ਚੌਥਾ ਪਾਠ ਪੜ੍ਹਾ ਕੇ ਪ੍ਰਸ਼ਨ ਉੱਤਰ ਖਾਲੀ ਥਾਵਾਂ ਕਰਾਉਣ ਤੋਂ ਬਾਅਦ ਮੈਂ ਵਾਕਾਂ 'ਚ ਵਰਤੋਂ ਕਰਾਉਂਦਾ ਹਾਂ। ਤੀਜੀ ਜਮਾਤ ਨੂੰ ਪੰਜਾਬੀ ਦਾ ਚੌਥਾ ਪਾਠ ਪੜ੍ਹਾ ਕੇ ਪ੍ਰਸ਼ਨ ਉੱਤਰ ਖਾਲੀ ਥਾਵਾਂ ਕਰਾਉਣ ਤੋਂ ਬਾਅਦ ਮੈਂ ਵਾਕਾਂ 'ਚ ਵਰਤੋਂ ਕਰਾਉਂਦਾ ਹਾਂ। ਸ਼ਾਂਤੀ ਭਾਵ ਅਮਨ, ਜਮਾਤ ਵਿੱਚ ਸ਼ਾਂਤੀ ਬਣਾ ਕੇ ਰੱਖੋ। ਤਿਆਗ ਭਾਵ ਛੱਡਣਾ, ਮਾੜੀਆਂ ਆਦਤਾਂ ਦਾ ਤਿਆਗ ਕਰੋ। ਧਰਮ ਭਾਵ ਮੈਂ ਚੁੱਪ ਹੋ ਜਾਂਦਾ ਹਾਂ। ਕੁਰਸੀ ਤੇ ਬੈਠ ਕੇ ਕੁਝ ਸੋਚਣ ਲੱਗਦਾ ਹਾਂ। ਮੇਰਾ ਬਾਗ ਅਧੂਰਾ ਹੁੰਦਾ ਹੈ। ਇੱਕ ਬੱਚਾ ਮੇਰੀ ਬਿਰਤੀ ਤੋੜਦਾ ਹੈ। ਸਰ ਜੀ, ਧਰਮ ਕੀ ਹੁੰਦਾ ਹੈ? ਮੈਂ ਦੱਸਣ ਲੱਗਦਾ ਹਾਂ। ਬੱਚਾ ਪੁੱਛਦਾ ਹੈ, ਮੇਰੀ ਬਿਰਤੀ ਤੋੜਦਾ ਹੈ, ਸਰ ਜੀ ਧਰਮ ਕੀ ਹੁੰਦਾ ਹੈ? ਮੈਂ ਦੱਸਣ ਲੱਗਦਾ ਹਾਂ ਤੇ ਬੱਚੇ ਹਿੰਦੂ, ਸਿੱਖ, ਮੁਸਲਮਾਨ ਬਣਨ ਲੱਗਦੇ ਹਨ। ਧੰਨਵਾਦ। ਬਹੁਤ ਕਮਾਲ ਕੁਲਵਿੰਦਰ, ਬਹੁਤ ਖੂਬ, ਬਹੁਤ ਅੱਛੀ ਰਹੀ। ਮਿਹਰਬਾਨੀ ਸਰ, ਥੈਂਕ ਯੂ, ਸ਼ੁਕਰੀਆ। ਬਹੁਤ ਖੂਬ, ਬਹੁਤ ਖੂਬ। ਇੱਕ ਗਜ਼ਲ ਮੈਂ ਕੁਝ ਸ਼ੇਅਰ ਗਜ਼ਲ ਦੇ ਤੁਹਾਡੇ ਨਾਲ ਸਾਂਝੇ ਕਰਦਾ ਕਿ ਦੁਨੀਆਦਾਰੀਓਂ ਵਿਹਲਾ ਹੋ ਕੇ ਹਰਫਾਂ ਕੋਲੇ ਬਹਿ ਨਾ ਸਕਿਆ। ਵਾਹ। ਦੁਨੀਆਦਾਰੀਓਂ ਵਿਹਲਾ ਹੋ ਕੇ ਹਰਫਾਂ ਕੋਲੇ ਬਹਿ ਨਾ ਸਕਿਆ। ਦਿਲ ਦੇ ਅੰਦਰ ਦੱਬਿਆ ਸੀ ਜੋ ਸਾਰਾ ਖੁੱਲ ਕੇ ਕਹਿ ਨਾ ਸਕਿਆ। ਬਹੁਤ ਅੱਛੇ। ਟੁਕੜੇ ਟੁਕੜੇ ਹੋਇਆ ਖੁਦ ਨੂੰ ਲੋੜੋਂ ਵੱਧ ਤਰਾਸ਼ਣ ਕਰਕੇ। ਟੁਕੜੇ ਟੁਕੜੇ ਹੋਇਆ ਖੁਦ ਨੂੰ ਲੋੜੋਂ ਵੱਧ ਤਰਾਸ਼ਣ ਕਰਕੇ। ਚਾਹੁੰਦਾ ਸੀ ਭਗਵਾਨ ਬਣਾਂਗਾ ਪਰ ਪੱਥਰ ਵੀ ਰਹਿ ਨਾ ਸਕਿਆ। ਬਹੁਤ ਅੱਛੇ, ਬਹੁਤ ਅੱਛੇ, ਬਹੁਤ ਕਮਾਲ। ਮਿਹਰਬਾਨੀ। ਟੁਕੜੇ ਟੁਕੜੇ ਹੋਇਆ ਖੁਦ ਨੂੰ ਲੋੜੋਂ ਵੱਧ ਤਰਾਸ਼ਣ ਕਰਕੇ। ਚਾਹੁੰਦਾ ਸੀ ਭਗਵਾਨ ਬਣਾਂਗਾ ਪਰ ਪੱਥਰ ਵੀ ਰਹਿ ਨਾ ਸਕਿਆ। ਕਿ ਮੇਰੀ ਰੂਹ ਦੇ ਜ਼ਖਮ ਸੀ ਜਿਹੜੇ ਤੈਥੋਂ ਉਹ ਪਹਿਚਾਨ ਨਾ ਹੋਏ। ਮੇਰੀ ਰੂਹ ਦੇ ਜ਼ਖਮ ਸੀ ਜਿਹੜੇ ਤੈਥੋਂ ਉਹ ਪਹਿਚਾਨ ਨਾ ਹੋਏ। ਆਪਣੀ ਪੀੜਾ ਆਪਣੇ ਮੂੰਹੋਂ ਮੈਂ ਵੀ ਤੈਨੂੰ ਕਹਿ ਨਾ ਸਕਿਆ। ਮੇਰੀ ਰੂਹ ਦੇ ਜ਼ਖਮ ਸੀ ਜਿਹੜੇ ਤੈਥੋਂ ਉਹ ਪਹਿਚਾਨ ਨਾ ਹੋਏ। ਆਪਣੀ ਪੀੜਾ ਆਪਣੇ ਮੂੰਹੋਂ ਮੈਂ ਵੀ ਤੈਨੂੰ ਕਹਿ ਨਾ ਸਕਿਆ। ਤਿੱਥ ਤਰੀਕਾਂ ਸਾਲ ਮਹੀਨੇ ਰੁੱਤਾਂ ਪੌਣਾ ਧਰਤੀ ਅੰਬਰ। ਤਿੱਥ ਤਰੀਕਾਂ ਸਾਲ ਮਹੀਨੇ ਰੁੱਤਾਂ ਪੌਣਾ ਧਰਤੀ ਅੰਬਰ। ਬਦਲ ਗਿਆ ਜਦ ਸਭ ਕੁਝ ਮੈਂ ਵੀ ਪਹਿਲਾਂ ਵਰਗਾ ਰਹਿ ਨਾ ਸਕਿਆ। ਬਹੁਤ ਅੱਛੇ। ਤੇ ਆਖਰੀ ਸ਼ੇਅਰ ਹੈ ਕਿ ਸਜੇ ਅਖਾੜੇ ਅੰਦਰ, ਸਜੇ ਅਖਾੜੇ ਅੰਦਰ ਮੈਨੂੰ ਢਾ ਕੇ ਝੰਡੀ ਜਿੱਤ ਲਈ ਉਹਨਾਂ। ਸਜੇ ਅਖਾੜੇ ਅੰਦਰ ਮੈਨੂੰ ਢਾ ਕੇ ਝੰਡੀ ਜਿੱਤ ਲਈ ਉਹਨਾਂ। ਵਕਤ ਦਿਆਂ ਪਹਿਲਵਾਨਾਂ ਕੋਲੋਂ ਦਿਲ ਮੇਰਾ ਪਰ ਢਹਿ ਨਾ ਸਕਿਆ। ਬਹੁਤ ਅੱਛੇ।
ਸਜੇ ਅਖਾੜੇ ਅੰਦਰ ਮੈਨੂੰ ਢਾ ਕੇ ਝੰਡੀ ਜਿੱਤ ਲਈ ਉਹਨਾਂ, ਵਕਤ ਦਿਆਂ ਪਹਿਲਵਾਨਾਂ ਕੋਲੋਂ ਦਿਲ ਮੇਰਾ ਪਰ ਢਹਿ ਨਾ ਸਕਿਆ, ਦੁਨੀਆਦਾਰੀਓਂ ਵਿਹਲਾ ਹੋ ਕੇ ਹਰਫਾਂ ਕੋਲੇ ਬਹਿ ਨਾ ਸਕਿਆ, ਦਿਲ ਦੇ ਅੰਦਰ ਦੱਬਿਆ ਸੀ ਜੋ ਸਾਰਾ ਖੁੱਲ ਕੇ ਕਹਿ ਨਾ ਸਕਿਆ। ਬਹੁਤ ਮਿਹਰਬਾਨੀ। बहुत अच्छे बहुत अच्छे, बहुत थैंक यू, थैंक यू। बहुत उम्दा कुलविंदर जी, बहुत वधिया, बहुत वधिया जी, बहुत बहुत धन्यवाद जी। मेरे अगले अदबी शख्सियत ने अंजूवी रत्ती जी, ਜਿਹੜੇ ਕਿ ਲਗਭਗ 25 ਸਾਲ ਤੋਂ ਸਿੱਖਿਆ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਤੇ ਬਿਹਤਰੀਨ ਕਾਰਗੁਜ਼ਾਰੀ ਸਦਕਾ ਆਪ ਨੂੰ ਸਿੱਖਿਆ ਵਿਭਾਗ ਵੱਲੋਂ ਬਹੁਤ ਸਾਰੇ ਮਾਨ ਸਨਮਾਨ ਮਿਲ ਚੁੱਕੇ ਜੀ। ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਸਾਹਿਤ ਨਾਲ ਵੀ ਜੋੜ ਰਹੇ ਨੇ। ਬਹੁਤ ਸਾਰਾ ਬਾਲ ਸਾਹਿਤ ਆਪਨੇ ਲਿਖਿਆ, ਟੀਵੀ ਰੇਡੀਓ ਤੇ ਬਹੁਤ ਸਾਰੇ ਪ੍ਰੋਗਰਾਮਸ ਵਿੱਚ ਸ਼ਾਮਿਲ ਹੁੰਦੇ ਨੇ ਤੇ ਬਹੁਤ ਸਾਰੇ ਮੈਗਜ਼ੀਨਸ ਰਸਾਲੇ ਆਪਣੀਆਂ ਰਚਨਾਵਾਂ ਦਾ ਸ਼ਿੰਗਾਰ ਨੇ। ਕਾਫੀ ਕਾਵ ਸੰਗ੍ਰਹਿ, ਮਿੰਨੀ ਕਹਾਣੀ ਸੰਗ੍ਰਹਿ ਵਿੱਚ ਆਪਣੀਆਂ ਰਚਨਾਵਾਂ ਨੇ ਜੀ। ਅੰਜੂਵੀ ਰੱਤੀ ਜੀ, ਆਪ ਨੂੰ ਗੁਜ਼ਾਰਿਸ਼ ਹੈ ਕਿ ਆਪ ਕਵਿਤਾਵਾਂ ਦੀ ਸਾਂਝ ਸਾਡੇ ਨਾਲ ਕरें। अंजू जी बहुत बहुत शुक्रिया, बहुत बहुत मेहरबानी। बहुत ही सत्कारयोग सतिंदर कौर कालों दीदी, मेहरबानी अज दी इस बहुत ही प्यारी जी महफिल का हिस्सा बनाने लई। और सरबजीत सोल मैम बहुत ही सत्कारयोग पात्र, साडे हर सारियां दे दिलां दे इह शहनशाह ने। बहुत मेहरबानी अज दी इस महफिल दे विच मैनूं भी हिस्सा देण लई। और डॉक्टर कुलदीप सिंह दीप जी किसी तारीफ दे मोहताज नहीं। बलदीप संधू दीदी बहुत बहुत सत्कारयोग पात्र ने। और सारियां मुअज़्ज़ज़ शख्सियतां जिन्नियां भी अज मैं सुनिया और जिन्हां दे नाल अज मैनूं बह के अपनी निक्की मोटी जो भी मेरी रचनावां ने उन्हां नूं कहण दा जो मैनूं मौका मिलिया, मैं खुद नूं अज वाकई बहुत खुशकिस्मत समझ रही हाँ। और सुन रही सी किन्नी गहराई है इन्हां कलमां दे विच और किन्ना कुछ अजे सीखना बाकी है। सो बहुत ही सरल जिहियां रचनावां लैके हाजिर हुई हाँ। सब नूं अध्यापक दिवस ते अपने वालों शुभकामनावां दिंदी हुई। अध्यापक दिवस ते पहली रचना, गुरु बिन ज्ञान ना मिलिया सुनिया, गुरु बिन ज्ञान ना मिलिया सुनिया, गुरु कृपा नाल पढ़िया गुणिया, गुर बिन ज्ञान ना मिलिया सुनिया, गुर कृपा नाल पढ़िया गुणिया, गुरु दी महिमा सब ने जानी, गुरु दी महिमा सब ने जानी, गुरु पदवी तक पहुंचे ज्ञानी, गुरु दी महिमा सब ने जानी, गुरु पदवी तक पहुंचे ज्ञानी, बण अध्यापक करां शुकराना, बण अध्यापक करां शुकराना, बाल मना नूं सुनना सुनाना, विद्या दे सागर दियां छल्लां, विद्या दे सागर दियां छल्लां, मारन सब वध चढ़ के मल्लां, विशावार जां सिक्ख्या नैतिक, विशावार जां सिक्ख्या नैतिक, समझे बच्चा गुरु तो हर एक, सोहणे विचार ते सोहणी पढ़ाई, सोहणे विचार ते सोहणी पढ़ाई, बण अध्यापक समझी समझाई, अध्यापक ज्ञान भंडार विशाल, अध्यापक ज्ञान भंडार विशाल, रखे ज्ञान दा दीवा बाल, नेरा हर कोना रुशनावे, नेरा हर कोना रुशनावे, मगदा सूरज ए बन जावे, पढ़ लिख जावे हर एक बच्चा, पढ़ लिख जावे हर एक बच्चा, अध्यापक वर्ग दा कारज सच्चा, रत्ती करे इको अरजोई, रत्ती करे इको अरजोई, अनपढ़ बच्चा रहे ना कोई, अनपढ़ बच्चा रहे ना कोई। वाह जी वाह, वाह वाह वाह। थैंक यू जी। बहुत जी अगली रचना मेरी है, लिख गीत कोई ऐसा। तरन्नुम च कहने की कोशिश करती हैं। जरूर जरूर जी, बहुत खूबसूरत आवाज है साडी मोती। थैंक यू दी। लिख गीत कोई ऐसा, लिख गीत कोई ऐसा, जेड़ा गीत हुलारा दे जावे, डुबदे मानस नू तिनका जिस तरह सहारा दे जावे, लिख गीत कोई ऐसा, जेड़ा गीत हुलारा दे जावे,
डुबदे मानस नू तिनका जिस तरह सहारा दे जावे, लिख गीत कोई ऐसा, लिख गीत जिस गीत लई कई वार गए जाना हस के, गौन लई नानू संगीत प्यारा दे जावे, लिख गीत कोई ऐसा। बहुत अच्छा। ए गीत ने प्रीता प्यारा दे जिस ने भी गाए हस हस के, गीत ने प्रीता प्यारा दे जिस ने भी गाए हस हस के, प्रीत पुगावन लैया के कोई आप सहारा दे जावे, लिख गीत कोई ऐसा। होवे गीत कोई सस्सी सोहनी दा, होवे गीत कोई हीर जई नड्डी दा, छड्डने नू इश्के विच कोई फिर तख्त हजारा दे जावे, लिख गीत कोई ऐसा। पर ना भुल्ली लिखने गीत तू मजदूरा किरसाना दे, पर ना भुल्ली लिखने गीत तू मजदूरा किरसाना दे, लाल सलाम जो लिख जांदे ओना जांबाज इंसाना दे, रत्ती दा हर गीत विशाला, रत्ती दा हर गीत विशाला, ए होंगारा दे जावे, लिख गीत कोई ऐसा जेड़ा गीत हुलारा दे जावे, डुबदे मानस नू तिनका जिस तरह सहारा दे जावे, लिख गीत कोई ऐसा, लिख गीत कोई ऐसा। बहुत अच्छे गीत कोई ऐसा। बहुत अच्छा गाया, बहुत खूबसूरत अंजू जी, बहुत खूबसूरत जी। ਇਹਨਾਂ ਦੀ ਪਹਿਲੀ ਰਚਨਾ ਤੋਂ ਮੈਨੂੰ ਯਾਦ ਆ ਰਿਹਾ ਸੀ ਕਿ ਅਧਿਆਪਕ ਅਤੇ ਸੜਕ ਦੋਵੇਂ ਇੱਕੋ ਜਿਹੇ ਹੁੰਦੇ ਹਨ, ਆਪ ਉੱਥੇ ਰਹਿੰਦੇ ਨੇ ਪਰ ਦੂਜਿਆਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾ ਦਿੰਦੇ ਨੇ। ਅਧਿਆਪਕ ਕੌਮ ਦਾ ਨਿਰਮਾਤਾ ਜੀ। ਹੁਣ ਮੇਰੀ ਆਖਿਰ ਤੇ ਗੁਜ਼ਾਰਿਸ਼ ਹੈ ਰਣਜੀਤ ਕੌਰ ਜੀ ਨੂੰ, ਜਿਹੜੇ ਕਿ ਮੁੱਖ ਅਧਿਆਪਕ ਹਨ ਐਲੀਮੈਂਟਰੀ ਸਕੂਲ ਮੀਆਂਵਿੰਡ ਚ, ਬਹੁਤ ਕਾਰਜਸ਼ੀਲ ਮੁੱਖ ਅਧਿਆਪਕਾਂ ਨੇ। ਇਹਨਾਂ ਦੀ ਰਹਿਨੁਮਾਈ ਵਿੱਚ ਇਹਨਾਂ ਦਾ ਸਕੂਲ ਬਹੁਤ ਤਰੱਕੀ ਦੀਆਂ ਉਲਾਂਘਾਂ ਪੁੱਟ ਰਿਹਾ। ਬਹੁਤ ਸਾਰੇ ਮਾਨ ਸਨਮਾਨ ਆਪ ਨੂੰ ਸਿੱਖਿਆ ਵਿਭਾਗ ਵੱਲੋਂ ਮਿਲੇ ਨੇ। 12 ਸਾਂਝੇ ਕਾਵਿ ਸੰਗ੍ਰਹਿ ਚ ਆਪ ਦੀਆਂ ਬਹੁਤ ਵਧੀਆ ਸਮਾਜ ਨੂੰ ਸੇਧ ਦੇਣ ਵਾਲੀਆਂ ਕਵਿਤਾਵਾਂ ਨੇ, ਮਿੰਨੀ ਕਹਾਣੀਆਂ ਵੀ ਲਿਖਦੇ ਨੇ ਤੇ ਸਾਹਿਤਕ ਖੇਤਰ ਵਿੱਚ ਵੀ ਸਿੱਖਿਆ ਦੇ ਨਾਲ ਬਹੁਤ ਅਹਿਮ ਭੂਮਿਕਾ ਨਿਭਾ ਰਹੇ ਨੇ। ਰਣਜੀਤ ਕੌਰ ਜੀ। ਜੀ ਰਣਜੀਤ ਜੀ। ਜੀ ਮੈਮ ਜੀ। ਪੰਜਾਬ ਸਾਹਿਤ ਅਕਾਦਮੀ ਵੱਲੋਂ ਅਧਿਆਪਕ ਦਿਵਸ ਮੌਕੇ ਕਰਵਾਏ ਜਾ ਰਹੇ ਇਸ ਕਵੀ ਸੰਮੇਲਨ ਵਿੱਚ ਸ਼ਾਮਲ ਸਾਰੀਆਂ ਹੀ ਨਾਮਵਰ ਸ਼ਖਸੀਅਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਮੌਕੇ ਮੈਂ ਆਪਣੀਆਂ 2 ਕਵਿਤਾਵਾਂ ਪੇਸ਼ ਕਰਨ ਜਾ ਰਹੀ ਹਾਂ। ਪਹਿਲੀ ਕਵਿਤਾ ਅਧਿਆਪਕ ਦਿਵਸ ਦੇ ਨਾਲ ਸੰਬੰਧਿਤ ਹੈ, ਦੂਜੀ ਕਵਿਤਾ ਤੀਰ ਨੂੰ ਤਸੀਸ। ਆਪ ਸਭ ਦੇ ਸਾਹਮਣੇ ਮੇਰੀ ਕਲਮ ਦਾ ਕੱਦ ਅਜੇ ਬਹੁਤ ਬੌਣਾ ਹੈ, ਅਗਰ ਕੋਈ ਗਲਤੀ ਹੋਵੇ ਤਾਂ ਪਲੀਜ਼ ਮਾਫੀ ਚਾਹਾਂਗੀ। ਪਹਿਲੀ ਕਵਿਤਾ ਹੈ ਮੇਰੀ ਅਧਿਆਪਕ ਜੀ। ਪਤਾ ਨਹੀਂ ਕਿੰਨਿਆਂ ਦੇ ਖੰਭੀ, ਪਤਾ ਨਹੀਂ ਕਿੰਨਿਆਂ ਦੇ ਖੰਭੀ, ਇਸ ਭਰੀ ਉਡਾਰੀ ਏ, ਕਿੰਨਿਆਂ ਦੀ ਹੀ ਗੁੱਡੀ ਇਸ ਅੰਬਰੀ ਚਾੜੀ ਏ। ਬਹੁਤ ਅੱਛੇ। ਪਤਾ ਨਹੀਂ ਕਿੰਨਿਆਂ ਦੇ ਖੰਭੀ, ਇਸ ਭਰੀ ਉਡਾਰੀ ਏ, ਕਿੰਨਿਆਂ ਦੀ ਹੀ ਗੁੱਡੀ ਇਸ ਅੰਬਰੀ ਚਾੜੀ ਏ। ਨਜ਼ਰ ਪਾਰਖੂ ਜੌਹਰੀ ਵਰਗੀ, ਨਜ਼ਰ ਪਾਰਖੂ ਜੌਹਰੀ ਵਰਗੀ, ਹੀਰੇ ਪਛਾਣ ਲਵੇ, ਕਦੇ ਨਾ ਹਾਰਿਆ ਇਹ ਅਧਿਆਪਕ ਆਪਣੇ ਕਿੱਤੇ ਦਾ ਅਣਥੱਕ ਖਿਡਾਰੀ ਏ। ਕਦੇ ਨਾ ਹਾਰਿਆ ਇਹ ਅਧਿਆਪਕ ਆਪਣੇ ਕਿੱਤੇ ਦਾ ਅਣਥੱਕ ਖਿਡਾਰੀ ਏ। ਹੱਥ ਫੜ ਕੇ ਆਪ ਹੀ ਲਿਖਣਾ ਸਿਖਾਇਆ ਏ, ਹੱਥ ਫੜ ਕੇ ਆਪ ਹੀ ਲਿਖਣਾ ਸਿਖਾਇਆ ਏ,
ਕੋਰੇ ਕਾਗਜ਼ਾਂ ਨੂੰ ਕਰ ਇਕੱਠੇ ਕਿਤਾਬ ਬਣਾਇਆ ਏ। ਹੱਥ ਫੜ ਕੇ ਆਪ ਹੀ ਲਿਖਣਾ ਸਿਖਾਇਆ ਏ। ਕੋਰੇ ਕਾਗਜ਼ਾਂ ਨੂੰ ਕਰ ਇਕੱਠੇ ਕਿਤਾਬ ਬਣਾਇਆ ਏ। ਸੋਹਣਾ ਸਮਾਜ ਸਿਰਜਣ ਦੀ, ਸੋਹਣਾ ਸਮਾਜ ਸਿਰਜਣ ਦੀ ਇਸੇ ਸਿਰ ਜ਼ਿੰਮੇਵਾਰੀ ਏ। ਕਦੇ ਨਾ ਹਾਰਿਆ ਇਹ ਅਧਿਆਪਕ ਆਪਣੇ ਕਿੱਤੇ ਦਾ ਅਣਥੱਕ ਖਿਡਾਰੀ ਏ। ਬਹੁਤ ਅੱਛੀ, ਆਪਣੇ ਕਿੱਤੇ ਦਾ ਅਣਥੱਕ ਖਿਡਾਰੀ ਏ। ਬਹੁਤ ਵਧੀਆ, ਬਿਲਕੁਲ ਸਹੀ ਗੱਲ ਜੀ। ਥੈਂਕ ਯੂ ਜੀ। ਜ਼ਿੰਦਗੀ ਦੇ ਹਨੇਰੇ ਦੂਰ ਕਰ, ਜ਼ਿੰਦਗੀ ਦੇ ਹਨੇਰੇ ਦੂਰ ਕਰ, ਵਿਦਿਆ ਦੀ ਰੋਸ਼ਨੀ ਦਿਖਾਈਏ। ਜ਼ਿੰਦਗੀ ਦੇ ਹਨੇਰੇ ਦੂਰ ਕਰ, ਵਿਦਿਆ ਦੀ ਰੋਸ਼ਨੀ ਦਿਖਾਈਏ। ਔਖੇ ਸੌਖੇ ਸਫ਼ਰਾਂ ਲਈ ਨਵੀਂ ਰਾਹ ਦਿਖਾਈਏ। ਔਖੇ ਸੌਖੇ ਸਫ਼ਰਾਂ ਲਈ ਨਵੀਂ ਰਾਹ ਦਿਖਾਈਏ। ਜ਼ਿੰਦਗੀ ਦੇ ਹਰ ਮੁਕਾਬਲੇ ਦੀ ਕਰਵਾਈ ਤਿਆਰੀ ਏ। ਕਦੇ ਨਾ ਹਾਰਿਆ ਇਹ ਅਧਿਆਪਕ ਆਪਣੇ ਕਿੱਤੇ ਦਾ ਅਣਥੱਕ ਖਿਡਾਰੀ ਏ। ਆਪਣੇ ਕਿੱਤੇ ਦਾ ਅਣਥੱਕ ਖਿਡਾਰੀ ਏ। बहुत खूब रंजीत जी, बहुत अच्छे। शुक्रिया बहुत, मैम। वाकई बहुत सुनी से जी, दूसरी अध्यापक कविता। है एक नेक किता। जी जी। अध्यापक है एक नेक किता, समाज ਨੂੰ ਦਿਖਾ ਦਿੱਤਾ। ਸਕੂਲਾਂ ਨੂੰ ਨਵੀਂ ਦਿੱਖ ਦੇ ਕੇ ਨਵੇਂ ਰਾਹੀਂ ਪਾ ਦਿੱਤਾ। ਬਹੁਤ ਅੱਛਾ। ਅਧਿਆਪਕ ਹੈ ਇੱਕ ਨੇਕ ਕਿੱਤਾ, ਸਮਾਜ ਨੂੰ ਦਿਖਾ ਦਿੱਤਾ। ਸਕੂਲਾਂ ਨੂੰ ਨਵੀਂ ਦਿੱਖ ਦੇ ਕੇ ਨਵੇਂ ਰਾਹੀਂ ਪਾ ਦਿੱਤਾ। ਨਵੀਆਂ ਤਕਨੀਕਾਂ ਨਾਲ ਬੱਚਿਆਂ ਦੀ ਕਲਾ ਨਿਖਾਰੀ ਏ। ਕਦੇ ਨਾ ਹਾਰਿਆ ਇਹ ਅਧਿਆਪਕ ਆਪਣੇ ਕਿੱਤੇ ਦਾ ਅਣਥੱਕ ਖਿਡਾਰੀ ਏ। ਕਦੇ ਨਾ ਹਾਰਿਆ ਇਹ ਅਧਿਆਪਕ। ਖੁੱਲੀਆਂ ਅੱਖਾਂ ਨਾਲ ਸੁਪਨੇ ਲੈਣੇ ਸਿਖਾਉਂਦਾ ਏ। ਖੁੱਲੀਆਂ ਅੱਖਾਂ ਨਾਲ ਸੁਪਨੇ ਲੈਣੇ ਸਿਖਾਉਂਦਾ ਏ। ਅਗਿਆਨਤਾ ਨੂੰ ਦੂਰ ਕਰ ਮਨ ਦੀ ਜੋਤ ਜਗਾਉਂਦਾ ਏ। ਖੁੱਲੀਆਂ ਅੱਖਾਂ ਨਾਲ ਸੁਪਨੇ ਲੈਣੇ ਸਿਖਾਉਂਦਾ ਏ। ਅਗਿਆਨਤਾ ਨੂੰ ਦੂਰ ਕਰ ਮਨ ਦੀ ਜੋਤ ਜਗਾਉਂਦਾ ਏ। ਰਣਜੀਤ ਦੀ ਕਲਮ ਵੀ ਆਪਣੇ ਉਸਤਾਦ ਦੀ ਦਿਲੋਂ ਆਭਾਰੀ ਏ। ਕਦੇ ਨਾ ਹਾਰਿਆ ਇਹ ਅਧਿਆਪਕ ਆਪਣੇ ਕਿੱਤੇ ਦਾ ਅਣਥੱਕ ਖਿਡਾਰੀ ਏ। ਕਦੇ ਨਾ ਹਾਰਿਆ ਇਹ ਅਧਿਆਪਕ ਆਪਣੇ ਕਿੱਤੇ ਦਾ ਅਣਥੱਕ ਖਿਡਾਰੀ। ਬਹੁਤ ਅੱਛੇ ਰਣਜੀਤ, ਬਹੁਤ ਅੱਛੇ। ਧੰਨਵਾਦ ਮੈਮ। ਮੇਰੀ ਦੂਜੀ ਕਵਿਤਾ ਹੈ ਧੀ ਨੂੰ ਅਸੀਸ। ਸ਼ੁਰੂ ਕਰਾਂ ਜੀ? ਜੀ ਜੀ। ਧੀਏ ਨੀ ਗੁਲਕੰਦ ਵਰਗੀਏ, ਧੀਏ ਨੀ ਗੁਲਕੰਦ ਵਰਗੀਏ, ਮਿੱਠੀ ਮਿਸ਼ਰੀ ਖੰਡ ਵਰਗੀਏ। ਧੀਏ ਨੀ ਗੁਲਕੰਦ ਵਰਗੀਏ, ਮਿੱਠੀ ਮਿਸ਼ਰੀ ਖੰਡ ਵਰਗੀਏ। ਬਾਬਲ ਵੇੜੇ ਤੂੰ ਚਮਕੀ, ਸੂਰਜ ਬਣ ਕੇ ਚੰਦ ਵਰਗੀਏ। ਬਾਬਲ ਵੇੜੇ ਤੂੰ ਚਮਕੀ, ਸੂਰਜ ਬਣ ਕੇ ਚੰਦ ਵਰਗੀਏ। ਪਰੀ ਸਾਨੂੰ ਆਈ ਲੱਗਦੀ, ਪਰੀ ਸਾਨੂੰ ਆਈ ਲੱਗਦੀ, ਫੂਲੇ ਰੇਸ਼ਮ ਦੀ ਤੰਦ ਵਰਗੀਏ। ਹਾਸੇ ਤੇਰੇ ਮਹਿਕਾਂ ਵੰਡਨ, ਬਹੁਤ ਅੱਛੇ। ਹਾਸੇ ਤੇਰੇ ਮਹਿਕਾਂ ਵੰਡਨ, ਵਿਸਮਾਦੀ ਆਨੰਦ ਵਰਗੀਏ। ਮਾਪਿਆਂ ਨਾ ਚਮਕਾਈ, ਮਾਪਿਆਂ ਦਾ ਤੂੰ ਨਾ ਚਮਕਾਈ, ਉੱਚੀ ਮੰਜ਼ਿਲ ਦੇ ਪੰਧ ਵਰਗੀਏ। ਬਹੁਤ ਅੱਛੇ। ਹਰ ਮੈਦਾਨ ਫਤਿਹ ਕਰ ਜਾਵੀਂ, ਹਰ ਮੈਦਾਨ ਫਤਿਹ ਕਰ ਜਾਵੀਂ, ਸੁਰ ਖਾਬ ਦੇ ਖੰਭ ਵਰਗੀਏ। ਬਹੁਤ ਅੱਛੇ। ਹਰ ਮੰਜ਼ਿਲ ਹਰ ਮੈਦਾਨ ਫਤਿਹ ਕਰ ਜਾਵੀਂ, ਸੁਰ ਖਾਬ ਦੇ ਖੰਭ ਵਰਗੀਏ। ਆਪਣੇ ਰੰਗ ਵਿੱਚ ਰੰਗ ਲਈ ਦੁਨੀਆ, ਆਪਣੇ ਰੰਗ ਵਿੱਚ ਰੰਗ ਲਈ ਦੁਨੀਆ, ਸੂਹੇ ਗੁਲਾਬ ਦੇ ਰੰਗ ਵਰਗੀਏ। ਆਪਣੇ ਰੰਗ ਵਿੱਚ ਰੰਗ ਲਈ ਦੁਨੀਆ, ਸੂਹੇ ਗੁਲਾਬ ਦੇ ਰੰਗ ਵਰਗੀਏ। ਸ਼ਾਲਾ ਲੰਮੀਆਂ ਉਮਰਾਂ ਮਾਣੇ, ਸ਼ਾਲਾ ਲੰਮੀਆਂ ਉਮਰਾਂ ਮਾਣੇ, ਕਿਸੇ ਅਮਰ ਕਵਿਤਾ ਦੇ ਬੰਦ ਵਰਗੀ। ਬਹੁਤ ਅੱਛੇ, ਅਮਰ ਕਵਿਤਾ ਦੇ ਬਹੁਤ ਅੱਛੇ, ਬਹੁਤ ਅੱਛੇ ਰਣਜੀਤ, ਲਾਜਵਾਬ। ਸ਼ੁਕਰੀਆ ਵਾਹਿਗੁਰੂ ਆਪ ਜੀ ਦੀ ਕਲਮ ਨੂੰ ਹੋਰ ਤਾਕਤ ਬਖਸ਼ੇ ਤੇ ਸਾਹਿਤ ਚ ਹੋਰ ਅੱਗੇ ਵਧੋ। ਬਹੁਤ ਵਧੀਆ, ਬਹੁਤ ਵਧੀਆ। ਬਹੁਤ ਬਹੁਤ ਸ਼ੁਕਰੀਆ ਮੈਮ। ਮੈਂ ਹੁਣ ਡਾਕਟਰ ਕੁਲਦੀਪ ਜੀ ਨੂੰ ਕਹਾਂਗੀ ਕਿ ਉਹ ਇੱਕ ਨਜ਼ਮ ਜ਼ਰੂਰ ਸਾਡੇ ਨਾਲ ਸਾਂਝੀ ਕਰਨ। ਉਸ ਤੋਂ ਬਾਅਦ ਸਿੰਦਰ ਮੈਡਮ ਵੀ ਆਪਣੀ ਨਜ਼ਮ ਸੁਣਾਉਣਗੇ। ਨਹੀਂ ਮੈਂ ਤਾਂ ਜ਼ਰੂਰ ਜੀ। ਐਕਚੁਅਲੀ ਨਾ ਇਹ ਕਰਮਜੀਤ ਕਿਸ਼ਾਵਲ ਜੀ ਨਾ ਮੈਸੇਜ ਆ ਗਿਆ, ਕੋਈ ਪ੍ਰੋਬਲਮ ਹੋ ਗਈ ਉਹਨਾਂ ਨੂੰ, ਉਹ ਆ ਨਹੀਂ ਸਕੇ ਸਰ ਸੁਣਾਉਣਗੇ ਜੀ।
ਬੇਸਿਕਲੀ ਤਾਂ ਕਵੀ ਨੇ। ਕੱਲ ਮੈਡਮ ਇਸ ਲਈ ਤਿਆਰ ਨਹੀਂ ਸੀ ਅੱਜ ਕਿ ਮੈਂ ਕਵਿਤਾ ਵੀ ਸੁਣਾਉਣੀ ਹੈ, ਤੇ ਅੱਜ ਆਪਾਂ ਮੈਮ ਤੋਂ ਸੁਣਦੇ ਹਾਂ। ਤੁਹਾਨੂੰ ਤਿਆਰੀ ਦੀ ਕੀ ਲੋੜ ਹੈ ਡਾਕਟਰ ਦੀਪ, ਤੁਸੀਂ ਸੁਣਾਓ ਜੀ, ਤੁਹਾਡੀ ਗੱਲ ਹੀ ਕਵਿਤਾ ਹੈ ਜੀ। ਸੁਣਾਓ। ਚਲੋ ਇੱਕ ਮਿੰਟ ਜੀ। ਫਿਰ ਮੈਡਮ ਸੋਲ ਹੋਰਾਂ ਤੋਂ ਵੀ ਸੁਣਨੀ ਹੈ ਰਚਨਾ ਇੱਕ। ਜੀ ਜ਼ਰੂਰ ਜੀ ਜ਼ਰੂਰ, ਉਹਨਾਂ ਬਗੈਰ ਤੇ ਅਸੀਂ ਪੂਰੇ ਨਹੀਂ ਹੋਣਾ ਜੀ। ਹਾਂਜੀ ਹਾਂਜੀ ਸਮਾਪਤੀ ਹੋਈ ਉਹਨਾਂ ਦੀ ਨਜ਼ਮ ਨਾਲ ਕਰਾਂਗੇ ਨਾ। ਹਾਂ, ਮੈਂ ਇੱਕ ਕਵਿਤਾ ਤੁਹਾਡੇ ਨਾਲ ਸਾਂਝੀ ਕਰਦਾ। ਇੱਕ ਬੱਚੇ ਬਾਰੇ ਹੈ, ਅਧਿਆਪਕ ਦਿਵਸ ਦੇ ਮੌਕੇ ਤੇ ਇੱਕ ਵਿਦਿਆਰਥੀ ਬਾਰੇ। ਜੀ। ਜਦ ਦਾ ਬਾਪੂ ਧਰਨੇ ਤੇ ਬੈਠਾ ਹੈ ਉਸ ਦੀਆਂ ਹਰਕਤਾਂ ਬਦਲ ਗਈਆਂ ਹਨ। ਜਦ ਦਾ ਬਾਪੂ ਧਰਨੇ ਤੇ ਬੈਠਾ ਹੈ ਉਸ ਦੀਆਂ ਹਰਕਤਾਂ ਬਦਲ ਗਈਆਂ ਹਨ। 9 ਸਾਲਾਂ ਦਾ ਸ਼ੇਰੂ ਅੱਜ ਕੱਲ 7ਵੀਂ ਜਮਾਤ ਦੀ ਪੰਜਾਬੀ ਦਾ 7ਵਾਂ ਪਾਠ ਦਮੂਖਾਂ ਵਾਲਾ ਵਾਰ-ਵਾਰ ਪੜ੍ਹਦਾ ਹੈ। 9 ਸਾਲ ਦਾ ਸ਼ੇਰੂ ਅੱਜ ਕੱਲ 7ਵੀਂ ਜਮਾਤ ਦੀ ਪੰਜਾਬੀ ਦਾ 7ਵਾਂ ਪਾਠ ਦਮੂਖਾਂ ਵਾਲਾ ਵਾਰ-ਵਾਰ ਪੜ੍ਹਦਾ ਹੈ। ਪਤਾ ਨਹੀਂ ਕੀ ਔੜਿਆ, ਕੱਲ ਉਹ ਦਾਦੇ ਨਾਲ ਜਾ ਕੇ ਪਿਸਤੌਲ ਲੈ ਕੇ ਆਇਆ ਸੀ ਮੰਡੀੋਂ। ਪਤਾ ਨਹੀਂ ਕੀ ਔੜਿਆ, ਕੱਲ ਉਹ ਦਾਦੇ ਨਾਲ ਜਾ ਕੇ ਪਿਸਤੌਲ ਲੈ ਕੇ ਆਇਆ ਸੀ ਮੰਡੀੋਂ। ਸਾਰਾ ਦਿਨ ਕਦੇ ਕਿਸੇ ਕੰਧੋਲੀ ਓਲੇ, ਕਦੇ ਕਿਸੇ ਦਰਖਤ ਓਲੇ ਲੁਕ ਲੁਕ ਖੜਦਾ, ਠਾ ਠਾ ਕਰਦਾ, ਇੱਧਰ ਉੱਧਰ ਦੌੜਦਾ ਫਿਰਦਾ। ਕਦੇ ਕਿਸੇ ਕੰਧੋਲੀ ਓਲੇ, ਕਦੇ ਕਿਸੇ ਦਰਖਤ ਓਲੇ ਲੁਕ ਲੁਕ ਖੜਦਾ, ਠਾ ਠਾ ਕਰਦਾ, ਇੱਧਰ ਉੱਧਰ ਦੌੜਦਾ ਫਿਰਦਾ। ਕੁਝ ਦੇਰ ਬਾਅਦ ਬਾਪੂ ਦੀ ਪੱਗਾਂ ਵਾਲੀ ਅਲਮਾਰੀ ਕੋਲ ਜਾ ਖੜਿਆ। ਕੁਝ ਦੇਰ ਬਾਅਦ ਬਾਪੂ ਦੀ ਪੱਗਾਂ ਵਾਲੀ ਅਲਮਾਰੀ ਕੋਲ ਜਾ ਖੜਿਆ, ਤੱਕਦਾ ਰਿਹਾ। ਫਿਰ ਬਸੰਤੀ ਰੰਗ ਦੀ ਪੱਗ ਚੁੱਕੀ ਤੇ ਸ਼ੀਸ਼ੇ ਮੂਹਰੇ ਜਾ ਕੇ ਲਪੇਟੀ ਤੇ ਦਾਦੇ ਕੋਲੇ ਜਾ ਕੇ ਉੱਚੀ ਉੱਚੀ ਬੋਲਣ ਲੱਗਿਆ, ਇਨਕਲਾਬ ਜਿੰਦਾਬਾਦ। ਬਹੁਤ ਅੱਛਾ, ਬਾਕਮਾਲ ਬਾਕਮਾਲ। ਦਾਦਾ ਉਹਨੂੰ ਤੱਕ ਤੱਕ ਹੈਰਾਨ ਹੁੰਦਾ, ਰਾਤ ਨੂੰ ਸੁੱਤਾ ਪਿਆ ਵੀ ਇਨਕਲਾਬ ਜਿੰਦਾਬਾਦ ਕਰਦਾ ਰਹਿੰਦਾ। ਅੱਜ ਤਾਂ ਉਸਨੇ ਹੱਦ ਹੀ ਕਰ ਦਿੱਤੀ। ਅੱਜ ਤਾਂ ਉਸਨੇ ਹੱਦ ਹੀ ਕਰ ਦਿੱਤੀ। ਰੇਤ ਇਕੱਠੀ ਕੀਤੀ, ਵਿੱਚ ਡੱਕੇ ਗੱਡ ਦਿੱਤੇ ਤੇ ਲੱਗ ਗਿਆ ਉੱਚੀ ਉੱਚੀ ਬੋਲਣ। ਰੇਤ ਇਕੱਠੀ ਕੀਤੀ, ਵਿੱਚ ਡੱਕੇ ਗੱਡ ਦਿੱਤੇ ਤੇ ਲੱਗ ਗਿਆ ਉੱਚੀ ਉੱਚੀ ਬੋਲਣ। ਬਾਈ ਭਗਤਿਆ, ਜਿਹੜੀਆਂ ਬੰਦੂਕਾਂ ਬੀਜੀਆਂ ਸੀ ਦਸਖਾਂ ਕਿੱਧਰ ਰੱਖਤੀਆਂ? ਹਾਂ, ਬਹੁਤ ਅੱਛੇ, ਬਹੁਤ ਅੱਛੇ। ਬਾਈ ਭਗਤਿਆ, ਜਿਹੜੀਆਂ ਬੰਦੂਕਾਂ ਬੀਜੀਆਂ ਸੀ ਦਸਖਾਂ ਕਿੱਧਰ ਰੱਖਤੀਆਂ? ਫਿਰ ਫਾਇਦਾ ਜੇ ਹੁਣ ਨਾ ਲੱਭੀਆਂ, ਸਾਂਡਰਸ ਤੇ ਅਡਵਾਇਰਾਂ ਦੀ ਤਾਂ ਲੈਣ ਲੱਗੀ ਪਈ ਹੈ। ਹੁਣ ਨਾ ਲੱਭੀਆਂ, ਸਾਂਡਰਸਾਂ ਤੇ ਅਡਵਾਇਰਾਂ ਦੀ ਤਾਂ ਲੈਣ ਲੱਗੀ ਪਈ ਹੈ। ਸਿੱਧੀ ਜੀ ਗੱਲ ਹੈ ਭਰਾਵਾ, ਜਾਂ ਤਾਂ ਬੰਦੂਕਾਂ ਲੈ ਕੇ ਆ ਜਾ, ਇੱਕ ਮੇਰੀ, ਇਕੱਠੇ ਮਾਰਾਂਗੇ ਇਹਨਾਂ ਨੂੰ। ਸਿੱਧੀ ਜੀ ਗੱਲ ਹੈ ਭਰਾਵਾ, ਜਾਂ ਤਾਂ ਬੰਦੂਕਾਂ ਲੈ ਕੇ ਆ ਜਾ, ਇੱਕ ਤੇਰੀ ਇੱਕ ਮੇਰੀ, ਇਕੱਠੇ ਮਾਰਾਂਗੇ ਇਹਨਾਂ ਨੂੰ। ਜਾਂ ਫਿਰ ਆ ਜਿਹੜੇ ਡੱਕੇ ਗੱਡੇ ਨੇ ਮੈਂ ਮਿੱਟੀ 'ਚ, ਇਹਨਾਂ ਨੂੰ ਬਹੁਤ ਅੱਛੇ। ਡੱਕੇ ਗੱਡੇ ਨੇ ਮੈਂ ਮਿੱਟੀ 'ਚ, ਇਹਨਾਂ ਨੂੰ ਕਹਿ ਸਵੇਰ ਨੂੰ ਉੱਗ ਪੈਣ। ਠੀਕ ਹੈ, ਚੱਲ ਸਵੇਰੇ ਮਿਲਦੇ ਆ। ਗੁੱਡ ਨਾਈਟ ਬਾਈ, ਭੁੱਲੀ ਨਾ। ਰਾਤ ਨੂੰ ਸੁਪਨੇ 'ਚ ਭਗਤ ਸਿੰਘ ਆਉਂਦਾ ਹੈ। ਇਹ ਕੀ ਬਾਈ, ਖਾਲੀ ਹੱਥ ਆ ਗਿਆ, ਦਮੂਕ ਕਿੱਥੇ ਹੈ? ਰਾਤ ਨੂੰ ਸੁਪਨੇ ਵਿੱਚ ਭਗਤ ਸਿੰਘ ਆਉਂਦਾ ਹੈ। ਇਹ ਕੀ ਬਾਈ, ਖਾਲੀ ਹੱਥ ਆ ਗਿਆ, ਦਮੂਕ ਕਿੱਥੇ ਹੈ? ਆ ਕਿਤਾਬ ਤੋਂ ਕੀ ਕਰਾਉਣਾ ਸੀ? ਉਹ ਕਹਿੰਦਾ ਕਮਲਿਆ, ਇਹੀ ਹੈ ਦਮੂਕ। ਪੜਿਆ ਜਦ ਸਮਝ ਆ ਗਈ ਮੇਰੇ ਵਾਂਗੂ ਕਿ ਦੁਸ਼ਮਣ ਕੌਣ ਹੈ, ਤਾਂ ਫਿਰ ਇਹਨਾਂ ਦੇ ਕਾਰਤੂਸਾਂ ਨਾਲ ਚਿੱਤ ਕਰਦੀ। ਬਹੁਤ ਅੱਛੇ। ਹੌਸਲੇ ਤੇ ਜਜ਼ਬਿਆਂ ਦੇ ਮਨੀਸ਼ਨ ਨਾਲ ਝੋਲੀ ਭਰ ਕੇ ਰੱਖੀ, ਮੋਰਚੇ ਕਿਤੇ ਵੀ ਲੰਮੇ ਹੋ ਸਕਦੇ ਨੇ। ਡਰੀ ਨਾ, ਬਸ ਇਹ ਬੰਦੂਕਾਂ ਘਰ ਘਰ ਵੰਡੀ, ਆਪਣੇ ਵਰਗੇ ਹੋਰ ਭਗਤ ਸਿੰਘ ਪੈਦਾ ਕਰੀ। ਜਿਸ ਦਿਨ ਘਰ ਘਰ 'ਚ ਇਹ ਦਮੂਖਾਂ ਹੋਈਆਂ, ਦਲੀਲਾਂ ਦੇ ਕਾਰਤੂਸ, ਜਜ਼ਬਿਆਂ ਦਾ ਮਨੀਸ਼ਨ ਤੇ ਅਸਲੀ ਦੁਸ਼ਮਣ ਦੀ ਪਹਿਚਾਣ, ਉਸ ਦਿਨ ਸੱਚਮੁੱਚ ਇਨਕਲਾਬ ਜਿੰਦਾਬਾਦ ਹੋ ਜਾਣਾ ਹੈ ਤੇ ਆਜ਼ਾਦੀ ਦੇ ਅਰਥ ਸਮਝ ਆ ਜਾਣੇ ਨੇ। ਬਹੁਤ ਅੱਛੇ, ਬਹੁਤ ਅੱਛੇ, ਬਹੁਤ ਅੱਛੇ, ਬਹੁਤ ਅੱਛੇ, ਬਹੁਤ ਅੱਛੇ ਕੁਲਦੀਪ, ਬਹੁਤ ਬਹੁਤ ਅੱਛੇ, ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਡਾਕਟਰ ਦੀਪ, ਇੰਨੇ ਖੂਬਸੂਰਤ ਸੁਨੇਹੇ ਦੇ ਲਈ, ਨਿਵੇਕ ਲਈ ਜੀ। ਬਿਲਕੁਲ, ਥੈਂਕ ਯੂ ਸਰ। ਹਾਂ ਜੀ, ਬਹੁਤ ਅੱਛੇ ਜੀ। ਜੀ, ਹੁਣ ਸਰਬਜੀਤ ਭੈਣ ਜੀ ਨੇ ਕਿਹਾ ਤੇ ਮੈਂ ਇੱਕ ਇਸੇ ਤਰ੍ਹਾਂ ਦੀ ਰਚਨਾ ਦੀ ਆਪ ਜੀ ਨਾਲ ਸਾਂਝ ਪਾਵਾਂਗੀ ਕਿ ਅੱਜ ਕੱਲ ਜੋ ਸਾਡੇ ਹਾਲਾਤ ਨੇ ਤੇ ਜੋ ਸਾਡੀ ਵਿਦਿਆ ਦਾ ਵੀ ਹਾਲ ਹੈ,
ਸਭ ਦੇ ਅੱਗੇ ਹੈ ਜੀ ਤੇ ਜੀ ਜੀ ਮੈਂ ਮਤਲਬ ਇਸ ਮੰਚ ਤੇ ਕਹਿਣਾ ਤੇ ਨਹੀਂ ਚਾਹੁੰਦੀ, ਪਰ ਸਾਡੇ ਬੱਚੇ ਜਿਹੜੇ ਵਿਦਿਆ ਤੋਂ ਦੂਰ ਜਾ ਰਹੇ, ਹਾਲਾਤ ਇਹੋ ਜਿਹੇ ਬਣ ਗਏ ਨੇ, ਤੇ ਇਹਦੇ ਨਾਲ ਹੀ ਮਿਲਦੀ ਜੁਲਦੀ ਇੱਕ ਰਚਨਾ ਪੇਸ਼ ਹੈ ਜੀ। ਜੇ ਉਠਾਓਗੇ ਨਾ ਚਾਨਣ ਨੂੰ ਨਹੀਂ ਉੱਠੇਗਾ ਉਹ, ਜੇ ਉਠਾਓਗੇ ਨਾ ਚਾਨਣ ਨੂੰ ਨਹੀਂ ਉੱਠੇਗਾ ਉਹ, ਕੂਕ ਸੁੱਤੇ ਲੋਕਾਂ ਤੇ ਦੱਸੋ ਕਿਉਂ ਰੁੱਠੇਗਾ ਉਹ, ਹੈ ਜਿਨ੍ਹਾਂ ਦੇ ਕਬਜ਼ੇ 'ਚ ਚਾਨਣ ਜਗਾਉਂਦੇ ਉਹ ਨਹੀਂ, ਸਭ ਲੁਕਾਈ ਤੇ ਪਵੇ ਚਾਨਣ ਚਾਹੁੰਦੇ ਉਹ ਨਹੀਂ, ਉਹ ਤਾਂ ਚਾਹੁੰਦੇ ਹਰ ਤਰਫ ਬਸ ਪਸਰਿਆ ਹੀ ਰਹੇ ਹਨੇਰ, ਉਹ ਤਾਂ ਚਾਹੁੰਦੇ ਰਾਤ ਹੀ ਰਾਤ ਹੋਵੇ ਨਾ ਸਵੇਰ, ਉਹ ਤਾਂ ਚਾਹੁੰਦੇ ਰਹੇ ਜਨਤਾ ਨੂੰ, ਸੌਰੀ ਉਹ ਨਹੀਂ ਚਾਹੁੰਦੇ ਕਿ ਜਨਤਾ ਨੂੰ ਕੋਈ ਚਾਨਣ ਹੋਵੇ, ਉਹ ਤਾਂ ਚਾਹੁੰਦੇ ਇਹ ਜਨਤਾ ਤਾਂ ਬਸ ਹਰਦਮ ਰੋਵੇ। ਉਹਨਾਂ ਲੋਕਾਂ ਨੂੰ ਫਸਾ ਰੱਖਿਆ ਕਿਵੇਂ ਕਰਮਾਂ ਦੇ ਗੇੜ, ਉਹ ਜਦੋਂ ਚਾਹੁੰਦੇ ਕਰਾ ਦਿੰਦੇ ਨੇ ਇੰਜ ਧਰਮਾਂ ਦੇ ਪੇੜ, ਉਹ ਲਗਾਉਂਦੇ ਲੋਕਾਂ ਨੂੰ ਕਹੇ ਨਸ਼ੇ ਕਹੀ ਫੀਮ, ਉਹ ਬੜੇ ਖੁਦਗਰਜ਼ ਲੋਟੂ ਉਹ ਬੜੇ ਸ਼ਾਤਰ ਹਕੀਮ, ਹੋ ਜੇ ਚਾਨਣ ਦੇ ਉਪਾਸਕ, ਹੋ ਜੇ ਤੁਸੀਂ ਚਾਨਣ ਦੇ ਉਪਾਸਕ ਲੋਕਾਂ ਨੂੰ ਚੇਤਨ ਕਰੋ, ਹੋ ਜੇ ਚਾਨਣ ਦੇ ਤੁਸੀਂ ਉਪਾਸਕ ਲੋਕਾਂ ਨੂੰ ਚੇਤਨ ਕਰੋ, ਜਗਾ ਕੇ ਵਿਦਿਆ ਦੀ ਮਸ਼ਾਲ ਰੋਸ਼ਨ ਜਹਾਨ ਕਰੋ, ਰੋਸ਼ਨ ਜਹਾਨ ਕਰੋ। ਬਹੁਤ ਬਹੁਤ ਸ਼ੁਕਰੀਆ ਜੀ। क्या बात जी मैं एक बारी फिर बहुत ही सत्कारयोग डॉक्टर सरबजीत कौर सोल, ਉਹਨਾਂ ਦੀ ਪੂਰੀ ਟੀਮ ਤੇ ਅੱਜ ਜੋ ਅਦਬੀ ਸ਼ਖਸੀਅਤਾਂ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਨੇ, ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਤੇ ਆਪਣੇ ਸਤਿਕਾਰਯੋਗ ਭੈਣ ਜੀ ਨੂੰ ਗੁਜ਼ਾਰਿਸ਼ ਕਰਾਂਗੀ ਕਿ ਉਹ ਵੀ ਜ਼ਰੂਰ ਸਾਨੂੰ ਕੋਈ ਸੇਧ ਦੇਣ ਵਾਲੀ ਰਚਨਾ ਸਾਡੇ ਨਾਲ ਸਾਂਝੀ ਕਰਨ ਤੇ ਨਾਲੇ ਅੱਜ ਦੇ ਇਸ ਪ੍ਰੋਗਰਾਮ ਤੇ ਕੁਝ ਸ਼ਬਦ ਸਾਡੇ ਨਾਲ ਸਾਂਝੇ ਕਰਨ। ਬਹੁਤ ਹੀ ਸਤਿਕਾਰਯੋਗ ਡਾਕਟਰ ਸਰਬਜੀਤ ਕੌਰ ਸੋਲ ਜੀ। ਬਹੁਤ ਸ਼ੁਕਰੀਆ ਤੁਹਾਡੀਆਂ ਸਭ ਦੀਆਂ ਨਜ਼ਮਾਂ ਸੁਣ ਕੇ, ਕਵਿਤਾਵਾਂ ਗਜ਼ਲਾਂ ਸੁਣ ਕੇ, ਤੇ ਲੱਗਦਾ ਸੀ ਮਨ ਕਿਤੇ ਹੋਰ ਹੀ ਤੁਰਿਆ ਫਿਰਦਾ ਆ, ਤੇ ਸਰਦੀਆਂ ਤੇ ਬੁੱਕਾਂ ਵਾਲੀ ਕਵਿਤਾ ਦੇ ਮੈਨੂੰ ਯਾਦ ਆਇਆ ਕਿ ਅਸੀਂ ਕਦੋਂ ਦੀ ਕਰੀ ਬੈਠੇ ਹਾਂ ਵੱਤਰ ਪੰਜਾਬੀ ਦੀ ਜ਼ਮੀਨ, ਅਸੀਂ ਕਦੋਂ ਦੀ ਕਰੀ ਬੈਠੇ ਹਾਂ ਵੱਤਰ ਪੰਜਾਬੀ ਦੀ ਜ਼ਮੀਨ, ਉਗਾਉਣ ਲਈ ਫੁੱਲ ਚੰਦਨ ਦੇ ਰੁੱਖ ਮੁਹੱਬਤ ਦੀਆਂ ਵੱਲਾਂ, ਵਿਸ਼ਾਲਤਾ ਵਿਕਾਸ ਪੰਜਾਬੀਅਤ ਦੀ ਤਲਾਸ਼ ਕਰ ਰਹੇ ਲੱਭ ਰਹੇ, ਤੇ ਉਹ ਜਿਹੜੇ ਲੈਣ ਗਏ ਸਨ ਬੀਜਣ ਨੂੰ ਕਲਮਾ, ਤੇ ਉਹ ਜਿਹੜੇ ਲੈਣ ਗਏ ਸਨ ਬੀਜਣ ਨੂੰ ਕਲਮਾ, ਖਬਰੇ ਕਿੱਥੇ ਗੁੰਮ ਗਵਾਚ ਗਏ, ਜਿਹੜੇ ਨਹੀਂ ਸੀ ਤੁਰਦੇ ਰਾਹਾਂ ਤੇ ਜਿਨ੍ਹਾਂ ਦੇ ਤੁਰਿਆ ਬਣਦੇ ਸੀ ਰਾਹ, ਉਹ ਵੀ ਤਾਂ ਅਜੇ ਤੀਕ ਨਾ ਮੁੜੇ, ਉਹ ਆਪਣੇ ਮਗਰ ਮਗਰ ਬੀਜਦੇ ਗਏ ਹੰਕਾਰ ਦੇ ਕੰਢੇ, ਉਹ ਤਾਂ ਆਪਣੇ ਮਗਰੋਂ ਮਗਰ ਬੀਜਦੇ ਗਏ ਹੰਕਾਰ ਦੇ ਕੰਢੇ, ਜੀ ਮੈਮ ਬੋਲੋ। ਕਿ ਉਹਨਾਂ ਰਾਹਾਂ ਤੇ ਨਾ ਕੋਈ ਤੁਰ ਸਕੇ, ਪਤਾ ਨਹੀਂ ਕਦੋਂ ਮੁੜਨਗੇ, ਪਤਾ ਨਹੀਂ ਕਦੋਂ ਮੁੜਨਗੇ, ਕਿ ਜਾਂ ਨਾ ਵੀ ਬੈਠ ਗਏ ਉਹ ਉੱਚ ਸ਼ਮਲੇ ਵਾਲੇ ਸਿੰਘਾਸਨ ਤੇ, ਦੱਬ ਕੇ ਸਿੰਘਾਸਨ ਦੇ ਪਾਵਿਆਂ ਹੇਠ ਸੁਰ ਪੰਜਾਬੀ ਦੇ ਗੀਤ ਸੰਗੀਤ ਹਰ ਅਲਫਾਜ਼, ਗੀਤ ਸੰਗੀਤ ਹਰਫ ਅਲਫਾਜ਼ ਸਭ ਕੁਝ ਰੱਖ ਆਏ ਗਿਰਵੀ, ਕੋਠਾ ਗਿਰੀ ਦੇ ਹੋ ਮਤਾਹਤ, ਲੱਭੇ ਤਾਂ ਦੱਸਿਓ ਕਿਤੇ, ਲੱਭੇ ਤਾਂ ਦੱਸਿਓ ਕਿਤੇ, ਮੈਨੂੰ ਵੀ ਹੈ ਉਹਨਾਂ ਦੀ ਤਲਾਸ਼, ਉਹ ਜੋ ਸਤਰੰਜੀ ਚਾਲਾਂ ਦੇ ਮਾਹਰ, ਅਸੀਂ ਕਦੋਂ ਦੀ ਕਰੀ ਬੈਠੇ ਹਾਂ ਵੱਤਰ ਪੰਜਾਬੀ ਦੀ ਜ਼ਮੀਨ, ਉਗਾਉਣ ਲਈ ਫੁੱਲ ਚੰਦਨ ਦੇ ਰੁੱਖ ਮੁਹੱਬਤ ਦੀਆਂ। ਬਹੁਤ ਖੂਬ ਕਮਾਲ, ਬਹੁਤ ਪੱਕੇ, ਬਹੁਤ ਸੋਹਣੀ ਡੂੰਘੀ ਕਵਿਤਾ ਜੀ, ਹਮੇਸ਼ਾ ਐਜ਼ ਯੂਜੁਅਲ। ਮੈਨੂੰ ਉਮੀਦ ਆ ਕਿ ਇਹ ਜਿਹੜਾ ਅੱਜ ਦਾ ਸਾਡਾ ਉਪਰਾਲਾ ਹੈ ਉਹ ਸਭ ਨੂੰ ਠੀਕ ਲੱਗਾ ਹੋਏਗਾ, ਪਰ ਮੈਂ ਇੱਕ ਗੱਲ ਦੀ ਮੁਆਫੀ ਵੀ ਚਾਹੁੰਦੀ ਹਾਂ ਉਹਨਾਂ ਸਾਰੇ ਅਧਿਆਪਕ ਸਾਥੀਆਂ ਤੋਂ ਜੋ ਕਵਿਤਾ ਵੀ ਲਿਖਦੇ ਨੇ, ਕਹਾਣੀਆਂ ਨਾਵਲ ਵੀ ਲਿਖਦੇ ਨੇ, ਔਰ
ਇਸ ਛੋਟੇ ਜਿਹੇ ਪ੍ਰੋਗਰਾਮ ਚ ਆਉਣੋਂ ਰਹਿ ਗਏ। ਚਾਹੀਦਾ ਤਾਂ ਇਹ ਸੀਗਾ ਕਿ ਅਸੀਂ ਇੱਕ ਕਲਾ ਭਵਨ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਕਰਦੇ, ਸਾਰੇ ਅਧਿਆਪਕਾਂ ਨੂੰ ਬੁਲਾਉਂਦੇ। ਤੇ ਸਭ ਤੋਂ ਖੂਬਸੂਰਤ ਗੱਲ ਇਹਨਾਂ ਅਧਿਆਪਕਾਂ ਦੀ ਇਹ ਹੈ ਜਿਹੜੇ ਸਾਡੇ ਨਾਲ ਵੀ ਜੁੜੇ ਹੋਏ ਨੇ, ਡਾਕਟਰ ਦੀਪ ਤੇ ਸਤਪਾਲ ਭਿੱਖੀ, ਇਹ ਸਿਰਫ ਆਪ ਹੀ ਨਹੀਂ ਲਿਖਦੇ, ਇਹ ਬੱਚਿਆਂ ਨੂੰ ਲਿਖਣਾ ਸਿਖਾਉਂਦੇ ਨੇ, ਉਹਨਾਂ ਨੂੰ ਉਤਸ਼ਾਹਿਤ ਕਰਦੇ ਨੇ, ਉਹਨਾਂ ਦੀਆਂ ਕਿਤਾਬਾਂ ਪ੍ਰਕਾਸ਼ਿਤ ਹੁੰਦੀਆਂ ਨੇ। ਔਰ ਜਿਹੜਾ ਅਸੀਂ ਵਰਕਸ਼ਾਪ ਲਗਾਉਂਦੇ ਰਹੇ ਆ, ਪਹਿਲਾਂ ਦ ਰਾਇਲ ਕਾਲਜ ਬੋੜਾਲ ਵਿੱਚ, ਫਿਰ ਅਸੀਂ ਅੰਦਰੇਟੇ ਲਗਾਈ, ਉਹਨਾਂ ਦਾ ਉਹ ਇੱਕ ਕਹਿ ਲਓ ਕਿ ਤੁਸੀਂ ਹਾਸਲ ਸੀ ਕਿ ਸਾਡੀ ਬੱਚੀ ਨਵਨੀਤ ਨੇ ਸਫ਼ਰਨਾਮਾ ਲਿਖਿਆ ਅੰਦਰੇਟੇ ਦਾ, ਔਰ ਇੰਨਾ ਖੂਬਸੂਰਤ ਬਰੀਕ ਬੀਨੀ ਨਾਲ ਉਹਨੇ ਲਿਖਿਆ ਕਿ ਸ਼ਾਇਦ ਅਸੀਂ ਉਹ ਚੀਜ਼ਾਂ ਨੋਟਿਸ ਨਹੀਂ ਕਰਦੇ। ਔਰ ਇਹ ਗੱਲ ਵੀ ਸਮਝ ਆਈ ਕਿ ਬੱਚੇ, ਸਾਡੇ ਬੱਚੇ ਕਿਵੇਂ ਸੋਚਦੇ ਨੇ ਜ਼ਿੰਦਗੀ 'ਚ, ਕਿਵੇਂ ਉਹਨਾਂ ਨੂੰ ਚਾਰਜਰ, ਮੋਬਾਈਲ ਫੋਨ ਦੀ ਕਿੰਨੀ ਮਹੱਤਤਾ ਉਹਨਾਂ ਲਈ। ਔਰ ਇੱਕ ਖਤਰਨਾਕ ਗੱਲ ਅੱਜ ਮੈਨੂੰ, ਅਸੀਂ ਵੀ ਆਪਣੇ ਕਾਲਜ ਦੇ ਵਿੱਚ ਅਧਿਆਪਕ ਦਿਵਸ ਮਨਾ ਰਹੇ ਸੀ, ਅਸੀਂ ਗੱਲਾਂ ਸਾਂਝੀਆਂ ਕਰ ਰਹੇ ਸੀ, ਤੇ ਕਿਉਂਕਿ ਸਾਡੇ ਬੱਚੇ ਆਉਣੇ ਸ਼ੁਰੂ ਹੋ ਗਏ, ਉਹਨਾਂ ਨਾਲ ਰੌਣਕ ਬਣਦੀ ਆ ਤੇ ਬੜੇ ਸੋਹਣੇ ਲੱਗਦੇ, ਅਸੀਂ ਉਹਨਾਂ ਨੂੰ ਜਾਣ ਕੇ ਬੁਲਾਉਂਦੇ ਆ, ਉਹਨਾਂ ਨਾਲ ਗੱਲਾਂ ਕਰਦੇ ਆ। ਤੇ ਅੱਜ ਮੈਨੂੰ ਟੀਚਰਸ ਦੱਸ ਰਹੇ ਸੀਗੇ ਕਿ ਬੱਚੇ ਇਸ ਤਰ੍ਹਾਂ ਪੜ੍ਹਨ ਦੇ ਵਿੱਚ ਸੁਖੈਨਤਾ ਮਹਿਸੂਸ ਨਹੀਂ ਕਰਦੇ, ਰੂਬਰੂ ਪੜ੍ਹਨ ਦੇ ਵਿੱਚ ਉਹਨਾਂ ਨੂੰ ਔਖਾ ਲੱਗ ਰਿਹਾ, ਕਿਉਂਕਿ ਉਹ ਆਨਲਾਈਨ ਪੜ੍ਹਨ ਦੇ ਆਦੀ ਹੋ ਗਏ ਆ। ਸੋ ਇਹ ਗੱਲ ਜਿਹੜੀ ਇੱਕ ਨਵੀਂ ਆ, ਔਰ ਇਹ ਸ਼ਾਇਦ ਇਹ ਹਾਲਾਤ ਦੀ ਦੇਣ ਆ ਕਿ ਅੱਜ ਸਾਡੇ ਬੱਚੇ ਅਸਹਿਜ ਮਹਿਸੂਸ ਕਰਦੇ ਆ ਰੂਬਰੂ ਹੋ ਕੇ ਪੜ੍ਹਨ ਦੇ ਵਿੱਚ। ਔਰ ਮੈਨੂੰ ਇਸ ਗੱਲ ਦੀ ਬੜੀ ਚਿੰਤਾ ਲੱਗੀ ਰਹੀ। ਸੋ ਅਸੀਂ ਸਾਰੇ ਅਧਿਆਪਕ ਆ, ਸੋ ਇਸ ਸੰਕਟ ਸਮੇਂ ਦੇ ਵਿੱਚ ਵੀ ਸਭ ਨੇ ਬਹੁਤ ਰਹਿਨੁਮਾਈ ਕੀਤੀ ਹੈ ਬੱਚਿਆਂ ਦੀ, ਤੇ ਮੈਨੂੰ ਉਮੀਦ ਆ ਕਿ ਇਹੋ ਜਿਹੇ ਸੰਕਟ ਜਿਹੜੇ ਆਉਣ ਵਾਲੇ, ਜਿਹੜੇ ਸੰਕਟ ਨੇ ਉਹ ਲੰਘ ਜਾਂਦੇ ਨੇ, ਭੁਚਾਲ ਆਉਂਦਾ ਲੰਘ ਜਾਂਦਾ, ਪਰ ਉਸ ਤੋਂ ਬਾਅਦ ਦੀਆਂ ਸਾਰੀਆਂ ਸਮੱਸਿਆਵਾਂ ਜਿਹੜੀਆਂ ਸਾਨੂੰ ਦਰਪੇਸ਼ ਆਉਂਦੀਆਂ। ਸੋ ਮੈਨੂੰ ਉਮੀਦ ਆ ਕਿ ਇਹ ਵੀ ਇੱਕ ਜਿਹੜਾ ਟੱਚ ਹੈ, ਇੱਕ ਪੱਖ ਹੈ ਇਸ ਦਾ, ਕਰੋਨਾ ਕਾਲ ਦਾ, ਇਸ ਨੂੰ ਵੀ ਜ਼ਰੂਰ ਧਿਆਨ ਦੇ ਵਿੱਚ ਰੱਖਿਓ। ਸੋ ਉਹਨਾਂ ਸਾਰੇ ਅਧਿਆਪਕਾਂ ਨੂੰ ਜੋ ਬੱਚਿਆਂ ਨੂੰ ਸੰਵੇਦਨਸ਼ੀਲ ਬਣਾਉਂਦੇ ਨੇ, ਔਰ ਮੈਨੂੰ ਲੱਗਦਾ ਹੁੰਦਾ ਕਿ ਉੱਥੇ ਰੱਬ ਦੀ ਪੂਜਾ ਕਰਨੀ ਵੀ ਕੋਈ ਲੋੜ ਨਹੀਂ ਹੈ, ਜਿੱਥੇ ਅਧਿਆਪਕ ਆਪਣੇ ਬੱਚਿਆਂ ਨੂੰ ਪਿਆਰ ਕਰਦਾ, ਉਹਨਾਂ ਨੂੰ ਸੰਵੇਦਨਸ਼ੀਲ ਬਣਾ ਰਿਹਾ, ਉਹਨਾਂ ਨੂੰ ਲੇਖਕ ਬਣਾ ਰਿਹਾ, ਚੰਗਾ ਸਮਾਜ ਸਿਰਜ ਰਿਹਾ। ਸੋ ਮੈਂ ਤੁਹਾਡੇ ਸਾਰਿਆਂ ਨੂੰ ਨਮਨ ਕਰਦੀ ਹਾਂ, ਔਰ ਰੱਬ ਕਰੇ ਕਿ ਅਸੀਂ ਕੁਝ ਏਦਾਂ ਦਾ ਕਰੀਏ। ਡਾਕਟਰ ਦੀਪ, ਸਿੰਦਰ ਕਾਲੋਂ ਜੀ, ਸਤਪਾਲ ਜੀ, ਤੁਸੀਂ ਸਾਰੇ ਅਧਿਆਪਕ ਹੋ, ਕਿ ਕੁਝ ਹੋਰ ਵੱਡਾ ਪ੍ਰੋਗਰਾਮ ਸਿਰਫ ਅਧਿਆਪਕਾਂ ਨੂੰ ਹੀ ਕਰਦੇ, ਸਕੂਲ, ਕਾਲਜ, ਯੂਨੀਵਰਸਿਟੀਆਂ ਦੇ ਚਾਹੇ ਉਹਦੇ ਸੈਸ਼ਨਸ ਕਰ ਲਏ ਜਾਣ। ਸੋ ਉਹਨਾਂ ਦੀਆਂ ਗੱਲਾਂ, ਉਹਨਾਂ ਨੂੰ ਦਰਪੇਸ਼ ਮੁਸ਼ਕਿਲਾਂ, ਕਿਉਂਕਿ ਇਹ ਵੀ ਇੱਕ ਬੜਾ ਇੰਪੋਰਟੈਂਟ ਪੱਖ ਹੈ ਅਕਾਦਮੀ ਦਾ। ਸੋ ਜੇ ਅਧਿਆਪਕਾਂ ਦੀਆਂ ਕਵਿਤਾਵਾਂ ਦੀਆਂ ਕਿਤਾਬਾਂ ਆ ਜਾਣ, ਜਾਂ ਜਿਹੜੇ ਅਧਿਆਪਕ ਹੀ ਨੇ ਉਹ ਇਸ ਇੱਕ ਪੱਖ ਤੋਂ ਵੀ ਆਪਾਂ ਕੋਈ ਪੁਸਤਕ ਜਿਹੜੀ ਆ ਉਹ ਸੰਪਾਦਿਤ ਕਰ ਸਕਦੇ। ਸੋ ਕਾਲੋਂ ਜੀ, ਬਹੁਤ ਸ਼ੁਕਰੀਆ, ਤੁਸੀਂ ਪ੍ਰੋਗਰਾਮ ਨੂੰ ਬਹੁਤ ਖੂਬੀ ਤੇ ਖੂਬਸੂਰਤੀ ਨਾਲ ਨਿਭਾਇਆ। ਸਤਪਾਲ ਭਿੱਖੀ ਜੀ, ਤੁਸੀਂ ਸਾਡੀ ਮੇਨ ਬਾਡੀ 'ਚ ਆ ਗਏ ਹੋ, ਵਧਾਈ ਦਿੰਦੀ ਹਾਂ ਮੈਂ ਤੁਹਾਨੂੰ ਇਸ ਮੰਚ ਤੋਂ। ਅਸੀਂ ਤੁਹਾਨੂੰ, ਹਾਂਜੀ, ਮੇਨ ਬਾਡੀ 'ਚ ਅਸੀਂ ਤੁਹਾਨੂੰ ਲੈ ਰਹੇ ਅਗਲੀ ਮੀਟਿੰਗ ਦੇ ਵਿੱਚ। ਸਤਿੰਦਰ ਜੀ, ਤੁਸੀਂ ਸਾਡੇ ਐਸੋਸੀਏਟ ਮੈਂਬਰ ਆ। ਹੋਰ ਵੀ ਜਿਹੜੇ ਵੀ ਸਾਡੇ ਪ੍ਰੋਗਰਾਮ ਕਰਨਾ ਚਾਹਣ, ਉਹ ਸਾਡੇ ਨਾਲ, ਸਾਡੇ ਜੁੜੇ ਹੋਏ ਸਾਡੇ ਸਾਥੀ। ਸੋ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਤੇ ਚਾਹ ਸਾਰੇ ਆਪਣੇ ਆਪਣੇ ਜੀ ਦੀਪ ਜੀ, ਡਾਕਟਰ ਦੀਪ ਜੀ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਮੈਡਮ ਸਰਬਜੀਤ ਕੌਰ ਸੋਹਲ ਹੋਰਾਂ ਨੇ ਜਿਹੜੇ ਫਿਕਰ ਜ਼ਾਹਰ ਕੀਤੇ ਨੇ, ਉਹ ਸੱਚਮੁੱਚ ਸਾਡੇ ਅੱਜ ਦੇ ਦੌਰ ਦੇ ਫਿਕਰ ਨੇ। ਪਰ ਅਧਿਆਪਕ ਦੇ ਵਿੱਚ ਇੰਨੀ ਕੁ ਤਾਕਤ ਹੈਗੀ ਹੈ, ਇੰਨੀ ਕੁ ਸਮਰੱਥਾ ਹੈਗੀ ਹੈ, ਜਦੋਂ ਅਸੀਂ ਹੁਣ ਬੱਚਿਆਂ ਨਾਲ ਜੁੜਾਂਗੇ ਦੁਬਾਰਾ, ਤਾਂ ਅਸੀਂ ਫੇਰ ਬੱਚਿਆਂ ਨੂੰ ਆਪਣੀ ਪਰਸਨੈਲਿਟੀ ਦੇ ਜਲਾਉ ਨਾਲ, ਆਪਣੀ ਪਰਸਨੈਲਿਟੀ ਦੇ ਚਮਤਕਾਰ ਦੇ ਨਾਲ ਉਹਨਾਂ ਨੂੰ ਦੁਬਾਰਾ ਜੋੜਾਂਗੇ। ਕਿਉਂਕਿ ਕਦੇ ਵੀ ਜਿਹੜੀ ਆਨਲਾਈਨ ਸਿੱਖਿਆ ਉਹ ਆਫਲਾਈਨ ਸਿੱਖਿਆ ਦਾ ਬਦਲ ਨਹੀਂ ਬਣ ਸਕਦੀ ਹੈਗੀ। ਅਧਿਆਪਕ ਦੀ ਪਰਸਨੈਲਿਟੀ ਦੇ ਵਿੱਚ ਇੱਕ ਚਮਤਕਾਰ ਹੁੰਦਾ ਹੈ, ਉਸਨੇ ਦੁਬਾਰਾ ਫਿਰ ਉਹਨਾਂ ਬੱਚਿਆਂ ਨੂੰ ਆਪਣੇ ਨਾਲ ਜੋੜਨਾ। ਪਰ ਇਹ ਇੱਕ ਵੱਡੀ ਚੁਣੌਤੀ ਜ਼ਰੂਰ ਹੈ ਜੋ ਮੈਡਮ ਸਰਬਜੀਤ ਕੌਰ ਸੋਹਲ ਨੇ ਸਾਡੇ ਨਾਲ ਸਾਂਝੀ ਕੀਤੀ ਹੈ। ਤੇ ਅਸੀਂ ਕੋਸ਼ਿਸ਼ ਕਰਾਂਗੇ, ਜਿਵੇਂ ਮੈਡਮ ਸੋਹਲ ਨੇ ਕਿਹਾ, ਕਿ ਆਉਣ ਵਾਲੇ ਸਮੇਂ ਦੇ ਵਿੱਚ ਅਧਿਆਪਕਾਂ ਦਾ ਇੱਕ ਹੋਰ ਵੱਡਾ ਪ੍ਰੋਗਰਾਮ ਕਰੀਏ, ਆਫਲਾਈਨ ਕਰੀਏ, ਕਲਾ ਭਵਨ ਦੇ ਵਿਹੜੇ ਦੇ ਵਿੱਚ ਕਰੀਏ, ਤੇ ਉਸ ਤੋਂ ਬਾਅਦ ਕੁਝ ਕਿਤਾਬਾਂ ਵੀ ਇਸ ਤਰੀਕੇ ਦੀਆਂ ਪਲਾਨ ਕਰੀਏ ਜਿਹਦੇ ਵਿੱਚ ਅਧਿਆਪਕਾਂ ਦੀਆਂ ਰਚਨਾਵਾਂ ਸ਼ਾਮਲ ਹੋ ਸਕਣ। ਇਹ ਸਾਰੇ ਜਿਹੜੇ ਪ੍ਰੋਗਰਾਮ ਭਵਿੱਖ ਦੇ ਏਜੰਡੇ ਨੇ ਸਾਡੇ, ਮੈਂ ਇਹਨਾਂ ਏਜੰਡਿਆਂ ਦੇ ਨਾਲ ਨਾਲ ਚੱਲਦਾ ਹੋਇਆ ਅੱਜ ਦੇ ਇਸ ਪ੍ਰੋਗਰਾਮ ਲਈ ਮੈਡਮ ਕਾਲੋਂ ਨੂੰ
ਤੇ ਬਾਕੀ ਸਾਰੇ ਸ਼ਾਇਰ ਦੋਸਤਾਂ ਨੂੰ ਬਹੁਤ-ਬਹੁਤ ਸ਼ੁਕਰੀਆ ਪੇਸ਼ ਕਰਦਾ, ਬਹੁਤ-ਬਹੁਤ ਧੰਨਵਾਦ ਕਰਦਾ ਸਾਰਿਆਂ ਦਾ। ਤੇ ਆਪਾਂ ਇਸੇ ਤਰ੍ਹਾਂ ਜੁੜਦੇ ਰਹਾਂਗੇ ਕਿਸੇ ਨਾ ਕਿਸੇ ਬਹਾਨੇ ਰਾਹੀਂ। ਇੱਕ ਵਾਰ ਫਿਰ ਸਾਰਿਆਂ ਨੂੰ ਅਧਿਆਪਕ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ। ਬਹੁਤ-ਬਹੁਤ ਮੁਬਾਰਕਾਂ। ਸ਼ੁਕਰੀਆ ਜੀ ਟੀਮ ਪੰਜਾਬ ਸਾਹਿਤ ਅਕੈਡਮੀ, ਬਹੁਤ-ਬਹੁਤ ਸ਼ੁਕਰੀਆ ਜੀ। ਸ਼ੁਕਰੀਆ ਜੀ, ਘਰ ਆ ਕੇ ਵੀ ਸ਼ੁਕਰੀਆ ਕਰ ਸਕਦੇ ਹੋ। ਅਸੀਂ ਹੁਣੇ ਆ ਜਾਂਦੇ ਜੀ। ਹੋ ਜੂਗਾ, ਆ ਜਾਂਦੇ। ਬਹੁਤ ਸ਼ੁਕਰੀਆ ਦੋਸਤੋ। Okay.